ਲੇਖਕ ਕ੍ਰਿਸ਼ਨ ਚੰਦਰ ਦਾ ਹਾਸ ਵਿਅੰਗ ਨਾਵਲ ਹੈ ਇੱਕ ਗਧੇ ਦੀ ਆਤਮ ਕਥਾ ਭਾਗ 5ਵਾਂ। ਲੇਡੀ ਸਾਰੇਗਾਮਾ ਗਾਓ ਨੇ ਮੈਨੂੰ ਆਪਣੇ ਪਤੀ ਵੱਲ ਘੂਰਦਿਆਂ ਦੇਖ ਕੇ ਕਿਹਾ, ਇਹਨਾਂ ਵੱਲ ਬਹੁਤਾ ਨਾ ਘੂਰੋ ਵਰਨਾ ਹੁਣੇ ਇਹਨਾਂ ਦਾ ਹਾਰਟ ਫੇਲ ਹੋ ਜਾਏਗਾ। ਲੇਡੀ ਸਾਰੇਗਾਮਾ ਗਾਓ ਦਾ ਚਿਹਰਾ ਕੰਨਾਂ ਤੱਕ ਲਾਲ ਹੋ ਗਿਆ। ਦੂਜੇ ਛਿਣ ਤੱਕ ਉਹ ਗਰਦਨ ਤੱਕ ਪੀਲੇ ਪੈ ਗਏ, ਬੁੱਲ ਵੀ ਪੀਲੇ ਪੈ ਗਏ। ਉਹਨਾਂ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਏ। ਲੇਡੀ ਸਾਰੇਗਾਮਾ ਗਾਓ ਨੇ ਕਿਹਾ, ਤੁਹਾਡੀ ਬੁੱਧੀਮਾਨੀ ਦੀਆਂ ਬੜੀਆਂ ਤਾਰੀਫਾਂ ਸੁਣੀਆਂ ਨੇ ਤੇ ਇਸ ਵੇਲੇ ਮਾਮਲਾ ਵੀ ਇੱਕ ਅਜਿਹਾ ਹੀ ਆਣ ਫਸਿਆ ਏ ਜਿਸ ਦਾ ਫੈਸਲਾ ਕੋਈ ਬੁੱਧੀਜੀਵੀ ਹੀ ਕਰ ਸਕਦਾ ਹੈ। ਮੈਂ ਤਾਂ ਮਾਮੂਲੀ ਗਧਾ ਹਾਂ ਜੀ। ਲੇਡੀ ਸਾਰੇਗਾਮਾ ਗਾਓ ਨੇ ਕਿਹਾ, ਹੁਣ ਤੁਸੀਂ ਬਣੋ ਨਾ, ਅਸੀਂ ਸਾਰੇ ਜਾਣਦੇ ਹਾਂ। ਗੱਲ ਅਸਲ 'ਚ ਇਹ ਹੈ ਕਿ ਮੇਰੇ ਨਿਕੰਮੇ ਗਧੇ ਕਿ ਕੱਲ੍ਹ ਸ਼ਾਮ ਨੂੰ ਸਾਡੇ ਬਿਲਡਿੰਗ ਕਲੱਬ ਵਿੱਚ ਸੁੰਦਰੀ ਪ੍ਰਤੀਯੋਗਿਤਾ ਹੈ। ਸ਼ਹਿਰ ਦੀਆਂ ਸੁੰਦਰ ਔਰਤਾਂ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਰਹੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਇਸ ਵਾਰੀ ਇਸ ਪ੍ਰਤੀਯੋਗਿਤਾ ਦਾ ਫੈਸਲਾ ਕਰਨ ਲਈ ਕਿਸੇ ਆਦਮੀ ਨੂੰ ਜੱਜ ਨਾ ਬਣਾਇਆ ਜਾਏ, ਬਲਕਿ ਤੁਹਾਨੂੰ ਇੱਕ ਗਧੇ ਨੂੰ ਉਸ ਦਾ ਜੱਜ ਬਣਾਇਆ ਜਾਏ। ਉਹ ਕਿੱਦਾਂ? ਮੇਰੀ ਦਿਲਚਸਪੀ ਜ਼ਰਾ ਵਧੀ। ਇਸ ਲਈ ਮੈਂ ਇਹ ਸਵਾਲ ਕੀਤਾ। ਉਹ ਬੋਲੀ, ਇਸ ਲਈ ਕਿ ਆਦਮੀ ਔਰਤਾਂ ਨੂੰ ਹਮੇਸ਼ਾ ਦਿਲਚਸਪੀ ਦੀਆਂ ਨਿਗਾਹਾਂ ਨਾਲ ਦੇਖਦਾ ਹੈ। ਤੁਹਾਨੂੰ ਕੀ ਪਤਾ ਹੈ ਕਿ ਇੱਕ ਗਧਾ ਨਹੀਂ ਦੇਖ ਸਕਦਾ? ਲੇਡੀ ਸਾਰੇਗਾਮਾ ਗਾਓ ਹੱਸ ਕੇ ਬੋਲੀ, ਕੋਈ ਗੱਲ ਨਹੀਂ, ਪਰ ਇਸ ਵਾਰੀ ਅਸੀਂ ਤੁਹਾਨੂੰ ਇਸ ਸੁੰਦਰੀ ਪ੍ਰਤੀਯੋਗਿਤਾ ਦਾ ਜੱਜ ਬਣਾਉਂਦੇ ਹਾਂ। ਇੱਕ ਤਾਂ ਭਾਈ ਸਾਡੇ ਕਲੱਬ ਵਿੱਚ ਮਰਦਾਂ ਦਾ ਇਹ ਚੱਲਣ ਹੈ ਕਿ ਹਰੇਕ ਆਦਮੀ ਆਪਣੀ ਪ੍ਰੇਮਿਕਾ ਦੇ ਪੱਖ ਵਿੱਚ ਰਾਏ ਦੇਣ 'ਤੇ ਤੁਲਿਆ ਹੋਇਆ ਹੈ। ਮਤਲਬ ਕਿ ਹਰ ਕਿਸੇ ਨੂੰ ਕਿਸੇ ਨਾ ਕਿਸੇ 'ਚ ਦਿਲਚਸਪੀ ਹੈ। ਇਸ ਸਥਿਤੀ ਵਿੱਚ ਕੋਈ ਨਿਰਪੱਖ ਆਦਮੀ ਲੱਭਣਾ ਬੜਾ ਔਖਾ ਹੈ। ਚੰਗੇ ਭਾਗਾਂ ਨਾਲ ਤੁਹਾਡੇ ਆਗਮਨ ਨੇ ਇਸ ਸਮੱਸਿਆ ਨੂੰ ਲਗਭਗ ਹੱਲ ਕਰ ਦਿੱਤਾ ਹੈ। ਲਗਭਗ ਇਸ ਲਈ ਅਸੀਂ ਨਹੀਂ ਜਾਣਦੇ ਕਿ ਤੁਸੀਂ ਔਰਤਾਂ ਬਾਰੇ ਕੁਝ ਜਾਣਦੇ ਵੀ ਹੋ ਜਾਂ ਨਹੀਂ। ਮੈਂ ਕਿਹਾ, ਮੈਂ ਇੱਕ ਗਧਾ ਹਾਂ, ਇਸ ਲਈ ਇਸ ਬਾਰੇ 'ਚ ਜੋ ਗੱਲ ਮੈਂ ਨਹੀਂ ਜਾਣਦਾ ਉਹ ਦੁਨੀਆ ਭਰ 'ਚ ਕੋਈ ਆਦਮੀ ਨਹੀਂ ਜਾਣ ਸਕਦਾ। ਉਹ ਕਿਵੇਂ? ਮੈਂ ਕਿਹਾ, ਜੇ ਤੁਸੀਂ ਇਤਿਹਾਸ ਦਾ ਅਧਿਐਨ ਕੀਤਾ ਹੈ ਤਾਂ ਤੁਹਾਨੂੰ ਪਤਾ ਹੋਏਗਾ ਕਿ ਰੋਮਨ ਸਾਮਰਾਜ ਵਿੱਚ ਸੁੰਦਰ ਔਰਤਾਂ ਸਿਰਫ ਗਧੀ ਦਾ ਦੁੱਧ ਪੀਂਦੀਆਂ ਸੀ, ਕਿਉਂਕਿ ਗਧੀ ਦੇ ਦੁੱਧ ਦੇ ਤਾਕਤਵਰ ਤੱਤ ਮਨੁੱਖ ਦੀ ਮਾਤਾ ਦੇ ਦੁੱਧ ਦੇ ਤਾਕਤਵਰ ਤੱਤਾਂ ਨਾਲ ਮਿਲਦੇ ਜੁਲਦੇ ਨੇ। ਮੈਂ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਕਰ ਰਿਹਾ। ਤੁਸੀਂ ਅੱਜ ਹੀ ਕਿਸੇ ਡਾਕਟਰ ਤੋਂ ਇਸ ਦੀ ਪੁਸ਼ਟੀ ਕਰਵਾ ਸਕਦੇ ਹੋ। ਸੋ ਉਸ ਯੁੱਗ ਵਿੱਚ ਔਰਤਾਂ ਸੁਹੱਪਣ ਵਧਾਉਣ ਖਾਤਰ ਗਧੀ ਦਾ ਦੁੱਧ ਪੀਂਦੀਆਂ ਸਨ ਤੇ ਉਸ ਦੇ ਦੁੱਧ ਨਾਲ ਨਹਾਉਂਦੀਆਂ ਸਨ ਤਾਂ ਕਿ ਚਮੜੀ ਚਿੱਟੀ ਅਤੇ ਕੂਲੀ ਰਹੇ। ਇਸ ਕਰਕੇ ਰੋਮਨ ਸਾਮਰਾਜ ਦੇ ਦਿਨਾਂ ਵਿੱਚ ਔਰਤਾਂ ਦੀ ਚਮੜੀ ਇੰਨੀ ਚਿੱਟੀ, ਕੂਲੀ ਅਤੇ ਸੁੰਦਰ ਹੁੰਦੀ ਸੀ। ਹੁਣ ਜਦੋਂ ਤੋਂ ਔਰਤਾਂ ਨੇ ਗਧਿਆਂ ਦੀ ਬਜਾਏ ਕੁੱਤੇ ਪਾਲਣੇ ਸ਼ੁਰੂ ਕਰ ਦਿੱਤੇ ਨੇ ਤੇ ਦੁੱਧ ਨਾਲ ਨਹਾਉਣ ਦੀ ਬਜਾਏ ਪਾਊਡਰ ਲਾਉਣਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਦੀ ਖੱਲੜੀ ਕਰੂਪ ਤੋਂ ਕਰੂਪਤਰ ਹੁੰਦੀ ਜਾ ਰਹੀ ਹੈ। ਮਾਦਾਮ, ਇਹ ਮੈਂ ਜਾਣਦਾ ਹਾਂ ਕਿ ਬਹੁਤ ਸਾਰੀਆਂ ਸੁੰਦਰ ਔਰਤਾਂ ਆਪਣੀ ਲਿਪਸਟਿਕ ਪਾਊਡਰ ਹੇਠ ਕਿੰਨੀਆਂ ਕਰੂਪ ਹੁੰਦੀਆਂ ਨੇ। ਲੇਡੀ ਸਾਰੇਗਾਮਾ ਗਾਓ, ਜਿਹੜੀ ਮਰਦਾਂ ਤੇ ਔਰਤਾਂ ਵਿੱਚ ਆਪਣੀ ਕਰੂਪਤਾ ਕਾਰਨ ਸਾਰੇ ਕਲੱਬ ਵਿੱਚ ਮਸ਼ਹੂਰ ਸੀ, ਲਿਪਸਟਿਕ ਪਾਊਡਰ ਬਿਲਕੁਲ ਨਹੀਂ ਸੀ ਲਾਉਂਦੀ। ਮੇਰੇ ਇਹ ਸੁਭਾਵਕ ਸੱਚ ਤੇ ਉਹ ਬੜੀ ਖੁਸ਼ ਹੋਈ। ਬਸ ਕੱਲ੍ਹ ਦੀ ਪ੍ਰਤੀਯੋਗਿਤਾ ਲਈ ਤੁਸੀਂ ਜੱਜ ਹੋ, ਪਰ ਇੱਕ ਗੱਲ ਯਾਦ ਰੱਖਣਾ, ਕਿਤੇ ਤੁਸੀਂ ਸਾਡੀਆਂ ਔਰਤਾਂ ਦੀ ਸੁੰਦਰਤਾ ਨੂੰ ਕਿਸੇ ਗਧੀ ਦੀ ਸੁੰਦਰਤਾ ਦੀ ਕਸੌਟੀ 'ਤੇ ਲਾ ਕੱਸਣ ਲੱਗ ਪੈਣਾ। ਉਦਾਹਰਨ ਵਜੋਂ ਇੱਕ ਔਰਤ ਦੀਆਂ 2 ਲੱਤਾਂ ਹੁੰਦੀਆਂ ਨੇ ਤੇ ਇੱਕ ਗਧੀ ਦੀਆਂ 4 ਹੁੰਦੀਆਂ ਨੇ। ਮੈਂ ਕਿਹਾ, ਤੇ ਇੱਕ ਕੇਕੜੇ ਦੀਆਂ 8 ਹੁੰਦੀਆਂ ਨੇ। ਜੀ ਨਹੀਂ, ਤੁਸੀਂ ਬੇਫਿਕਰ ਰਹੋ। ਮੈਂ 2 ਲੱਤਾਂ ਵਾਲੇ ਪਸ਼ੂਆਂ ਦੀ ਸੁੰਦਰਤਾ ਦੀ ਕਸੌਟੀ 4 ਲੱਤਾਂ ਵਾਲੇ ਪਸ਼ੂਆਂ ਤੋਂ ਬਿਲਕੁਲ ਵੱਖ ਸਮਝਦਾ ਹਾਂ। ਬੜੀ ਕਿਰਪਾ ਹੋਏਗੀ ਤੁਹਾਡੀ। ਕੱਲ੍ਹ ਤੁਸੀਂ 6:30 ਵਜੇ ਕਲੱਬ 'ਚ ਪਧਾਰਨਾ। ਮੈਂ ਆਪਣੀ ਗੱਡੀ, ਮੇਰਾ ਮਤਲਬ ਹੈ ਇੱਕ ਟਰੱਕ, ਭੇਜ ਦਿਆਂਗੀ। ਮੈਨੂੰ ਆਸ ਹੈ ਤੁਹਾਡੇ ਮੇਜ਼ਬਾਨ ਸੇਠ ਮਨਸੁਖ ਲਾਲ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਸੇਠ ਮਨਸੁਖ ਲਾਲ ਹੁਣ ਤੱਕ ਇਸ ਗੱਲ ਦੇ ਨਤੀਜੇ ਤੋਂ ਭੈਭੀਤ ਸਨ। ਜ਼ਰਾ ਸੰਤੁਸ਼ਟ ਹੋ ਕੇ ਬੋਲੇ, ਜੀ ਨਹੀਂ, ਤੁਸੀਂ ਸਾਡੇ ਮਹਿਮਾਨ ਦਾ ਸਨਮਾਨ ਕਰ ਰਹੇ ਹੋ ਤਾਂ ਇਸ ਵਿੱਚ ਮੇਰਾ ਵੀ ਸਨਮਾਨ ਹੈ। ਜੇ ਤੁਸੀਂ ਆਗਿਆ ਦਿਓ ਤਾਂ ਮੈਂ ਖੁਦ ਵੀ ਉਸ ਸ਼ੁਭ ਮੌਕੇ 'ਤੇ ਹਾਜ਼ਰ ਹੋ ਜਾਵਾਂਗਾ, ਇਸ ਲਈ ਵੀ ਕਿ ਮੇਰੀ ਸਪੁੱਤਰੀ ਰੂਪਵਤੀ ਵੀ ਉਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਰਹੀ ਹੈ। ਹਾਊ ਸਵੀਟ! ਲੇਡੀ ਸਾਰੇਗਾਮਾ ਗਾਓ ਨੇ ਬੜੀ ਨਫ਼ਰਤ ਨਾਲ ਰੂਪਵਤੀ ਦੇ ਬਾਂਕੇ ਸਜੀਲੇ ਸਰੀਰ ਵੱਲ ਦੇਖ ਕੇ ਕਿਹਾ, ਮੇਰਾ ਖਿਆਲ ਹੈ ਸੇਠ ਜੀ, ਤੁਹਾਡੀ ਬੱਚੀ ਇਸ ਵਾਰੀ ਜ਼ਰੂਰ ਹੀ ਪਹਿਲੇ ਨੰਬਰ 'ਤੇ ਆਏਗੀ। ਮਿਸ ਰੂਪਵਤੀ ਕਿੱਥੇ ਪਿੱਛੇ ਰਹਿਣ ਵਾਲੀ ਸੀ, ਤੁਰੰਤ ਬੋਲੀ, ਉਹ ਤਾਂ ਠੀਕ ਹੈ, ਪਰ ਜਦੋਂ ਤੁਸੀਂ ਇੱਕ ਗਧੇ ਨੂੰ ਜੱਜ ਬਣਾਇਆ ਹੈ, ਸੰਭਾਵਨਾ ਤੁਹਾਡੇ ਚੁਣੇ ਜਾਣਾ ਵਧੇਰੇ ਹੈ। ਬਿੰਦ ਦਾ ਬਿੰਦ ਲੇਡੀ ਸਾਰੇਗਾਮਾ ਗਾਓ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਦੂਜੇ ਛਿਣ ਉਸਨੇ ਛਟਪਟਾ ਕੇ ਆਪਣੇ ਪਤੀ ਵੱਲ ਦੇਖਿਆ, ਜਿਹੜਾ ਉਸਦੀ ਛਟਪਟਾਹਟ ਦੇਖ ਕੇ ਪੂਰੀ ਤਰ੍ਹਾਂ ਘਬਰਾ ਗਿਆ ਤੇ 2 ਕਦਮ ਪਿੱਛੇ ਹਟ ਗਿਆ। ਆਖਰ ਬੜੀ ਮੁਸ਼ਕਲ ਨਾਲ ਲੇਡੀ ਸਾਰੇਗਾਮਾ ਗਾਓ ਨੇ ਆਪਣੇ ਗੁੱਸੇ 'ਤੇ ਕਾਬੂ ਕੀਤਾ ਤੇ ਮੈਨੂੰ ਕਿਹਾ, ਤੋ ਡਾਰਲਿੰਗ, ਕੱਲ੍ਹ ਤੁਸੀਂ ਜ਼ਰੂਰ ਆ ਜਾਣਾ। ਮੈਂ ਝੁੱਕ ਕੇ ਕਿਹਾ, ਜ਼ਰੂਰ ਆਵਾਂਗਾ ਮਾਦਾਮ। ਹੌਲੀ ਦਾਵਤ ਸਮਾਪਤ ਹੋ ਗਈ। ਰਾਤ ਦੇ ਲਗਭਗ 11 ਵਜੇ ਆਖਰੀ ਮੁਲਾਕਾਤੀ ਵੀ ਹੱਥ ਮਿਲਾ ਕੇ ਵਿਦਾ ਹੋ ਗਿਆ।
ਮਿਸ ਰੂਪਵਤੀ ਦਰਦ ਦਾ ਬਹਾਨਾ ਕਰਕੇ ਆਪਣੇ ਸੌਣ ਕਮਰੇ ਵਿੱਚ ਸੌਣ ਲਈ ਜਾ ਚੁੱਕੀ ਸੀ। ਹੁਣ ਡਰਾਇੰਗ ਰੂਮ ਵਿੱਚ ਸਿਰਫ ਸੇਠ ਮਨਸੁਖ ਲਾਲ ਤੇ ਮੈਂ ਰਹਿ ਗਏ ਸੀ। ਅੱਜ ਦੀ ਪਾਰਟੀ ਬੜੀ ਸਫਲ ਰਹੀ। ਜਿਹੜਾ ਸਨਮਾਨ ਮੈਨੂੰ ਮਿਲਿਆ, ਜਿਸ ਤਰ੍ਹਾਂ ਲੋਕਾਂ ਨੇ ਮੈਨੂੰ ਚੁੰਮਿਆ, ਗੱਲ ਲਾਇਆ, ਪਿਆਰ ਕੀਤਾ, ਉਹਨਾਂ ਦਾ ਮੋਹ ਸੱਭਿਅਤਾ ਅਤੇ ਮਨੁੱਖਤਾ ਆਪਣੀ ਸੀ, ਇਹ ਸਭ ਸੇਠ ਮਨਸੁਖ ਲਾਲ ਦਾ ਕੀਤਾ ਹੋਇਆ ਸੀ। ਇਹ ਭੱਦਰ ਪੁਰਖ। ਮੈਂ ਸੇਠ ਮਨਸੁਖ ਲਾਲ ਵੱਲ ਧੰਨਵਾਦੀ ਨਜ਼ਰਾਂ ਨਾਲ ਦੇਖਦੇ ਹੋਏ ਮਨ ਵਿੱਚ ਸੋਚਿਆ, ਇਹ ਆਦਮੀ ਮਨੁੱਖ ਹੋ ਕੇ ਇੱਕ ਗਧੇ ਲਈ ਕੀ ਕੁਛ ਕਰ ਰਿਹਾ ਹੈ। ਸੱਚ ਹੈ, ਅਜੇ ਦੁਨੀਆ ਵਿੱਚ ਨੇਕੀ ਦਾ ਅੰਤ ਨਹੀਂ ਹੋਇਆ। ਸਾਡੇ ਦੇਸ਼ ਵਿੱਚ ਸੇਠ ਮਨਸੁਖ ਲਾਲ ਵਰਗੇ ਆਦਮੀ ਅੱਜ ਵੀ ਮੌਜੂਦ ਨੇ। ਅੱਜ ਦੀ ਦਾਵਤ ਬੜੀ ਚੰਗੀ ਸੀ। ਵਿਸ਼ੇਸ਼ ਕਰਕੇ ਜਿਹੜਾ ਘਾਹ ਮੈਨੂੰ ਖਵਾਇਆ ਗਿਆ ਉਹ ਬੜਾ ਸਵਾਦੀ ਸੀ। ਸੁਣਿਆ ਹੈ ਉਹ ਘਾਹ ਬੰਬਈ ਤੋਂ ਖਾਸ ਤੌਰ 'ਤੇ ਪਾਰਵੀ ਦੇ ਇਲਾਕੇ 'ਚੋਂ, ਜਿੱਥੋਂ ਦਾ ਘਾਹ ਬੜਾ ਪ੍ਰਸਿੱਧ ਹਵਾਈ ਜਹਾਜ਼ ਰਾਹੀਂ ਮੰਗਾਇਆ ਹੋਇਆ ਸੀ। ਹੌਲੀ ਹੌਲੀ ਮੇਰਾ ਦਿਲ ਦਿਮਾਗ ਇਸ ਮਾਹੌਲ ਨੂੰ ਸਵੀਕਾਰ ਕਰਨ ਲੱਗ ਪਿਆ। ਭਾਵ ਇਹ ਸੋਹਣਾ ਮਾਹੌਲ ਮੈਨੂੰ ਰਾਉ ਸੁਣਨ ਲੱਗ ਪਿਆ। ਅੱਤ ਦੀ ਖੁਸ਼ਬੂ ਨਾਲ ਮੈਂ ਆਪਣੇ ਪੈਰ ਨਚਾਏ, ਪੂੰਛ ਲਾਈ ਤੇ ਫਿਰ ਇੱਕ ਜ਼ੋਰਦਾਰ ਢੀਂਚੂ ਲਾਈ। ਅੱਜ ਜੀ ਹੌਲਾ ਹੋ ਗਿਆ ਸੀ, ਫੁੱਲ ਵਰਗਾ ਹੌਲਾ ਫੁੱਲ। ਮੈਂ ਸੇਠ ਨੂੰ ਕਿਹਾ, ਅੱਜ ਮੇਰਾ ਜੀ ਕਰਦਾ ਮੈਂ ਤੁਹਾਡੇ ਬਾਗ 'ਚ ਜਾ ਕੇ ਲੇਟੇ ਲਾਵਾਂ। ਸੇਠ ਨੇ ਕਿਹਾ, ਚਲੋ ਬਾਹਰ ਲਾਂਚ, ਜਿੰਨੇ ਚਾਹੋ ਲੇਟੇ ਲਾਓ, ਤੁਹਾਡਾ ਘਰ ਹੈ। ਇਹ ਸੇਠ ਕਿੱਡਾ ਚੰਗਾ ਆਦਮੀ ਹੈ, ਮੈਂ ਆਪਣੇ ਦਿਲ ਵਿੱਚ ਕਿਹਾ ਤੇ ਫਿਰ ਉਸਦੇ ਨਾਲ ਡਰਾਇੰਗ ਰੂਮ ਵਿੱਚੋਂ ਲੰਘ ਕੇ ਬਾਹਰ ਬਰਾਂਡੇ ਵਿੱਚ ਆ ਗਿਆ। ਪਰ ਬਰਾਂਡੇ ਵਿੱਚੋਂ ਦੀ ਲੰਘ ਕੇ ਬਾਹਰ ਲਾਣ ਵਿੱਚ ਜਾਣ ਹੀ ਲੱਗਾ ਸੀ ਕਿ ਇੱਕ ਪਾਟੇ ਕੱਪੜੇ ਪਾਈ ਆਦਮੀ ਤੇ ਨਜ਼ਰ ਪਈ, ਜਿਹੜਾ 2 ਗਧਿਆਂ ਦੀ ਰੱਸੀ ਫੜੀ ਚੁੱਪਚਾਪ ਖੜਾ ਸੀ। ਇਹ ਕੌਣ ਹੈ? ਮੈਂ ਸੇਠ ਤੋਂ ਪੁੱਛਿਆ। ਸੇਠ ਬੋਲਿਆ, ਓਏ ਹੋਏ, ਕਿੱਡੀ ਭੁੱਲ ਹੋ ਗਈ, ਇਹ ਵਿਚਾਰਾ ਤਾਂ ਤੁਹਾਨੂੰ ਮਿਲਣ ਲਈ ਕਦੋਂ ਦਾ ਹੀ ਖੜਾ ਹੈ। ਦਾਵਤ ਦੌਰਾਨ ਮੇਰੀ ਮਾਤੀ ਮਾਰੀ ਰਹੀ ਕਿ ਮੈਂ ਇਸ ਨੂੰ ਬਿਲਕੁਲ ਹੀ ਭੁੱਲ ਗਿਆ। ਸੇਠ ਨੇ ਪਾਟੇ ਕੱਪੜਿਆਂ ਵਾਲੇ ਆਦਮੀ ਵੱਲ ਇਸ਼ਾਰਾ ਕਰਕੇ ਕਿਹਾ, ਇਹ ਆਦਮੀ ਬਾਰਾਬਾਂਕੀ ਤੋਂ ਆਇਆ ਹੈ। ਇਸ ਨੇ ਅਖਬਾਰ 'ਚ ਤੁਹਾਡੀ ਫੋਟੋ ਦੇਖੀ ਹੈ ਤੇ ਕਹਿੰਦਾ ਹੈ ਕਿ ਇਸ ਨੇ ਤੁਹਾਨੂੰ ਪਛਾਣ ਲਿਆ ਹੈ। ਇਸ ਦਾ ਖਿਆਲ ਹੈ। ਸੇਠ ਨੇ ਵਿਅੰਗਮਈ ਮੁਸਕਾਨ ਚਿਹਰੇ 'ਤੇ ਲਿਆ ਕੇ ਕਿਹਾ, ਇਹ ਤੁਹਾਡਾ ਬਾਰਾਬਾਂਕੀ ਵਾਲਾ ਮਾਲਕ ਹੈ, ਤੁਹਾਨੂੰ ਵਾਪਸ ਲੈ ਜਾਣ ਲਈ ਆਇਆ ਹੈ। ਕੀ ਤੁਸੀਂ ਇਸ ਨੂੰ ਜਾਣਦੇ ਹੋ? ਮੈਂ ਤੁਰੰਤ ਕਿਹਾ, ਨਾ, ਮੈਂ ਇਸ ਨੂੰ ਨਹੀਂ ਜਾਣਦਾ। ਉਹ ਤੂੰ ਨਹੀਂ ਮੈਨੂੰ ਜਾਣਦਾ? ਉਸ ਗਰੀਬ ਘੁਮਿਆਰ ਨੇ ਮੇਰੇ ਗੋਡੀ ਹੱਥੇ ਲਾਇਆ ਕਿਹਾ, ਮੇਰੇ ਧੰਮੜੂ, ਤੂੰ ਮੈਨੂੰ ਭੁੱਲ ਗਿਆ ਹੈ। ਮੈਂ ਤੇਰਾ ਤੱਬੂ ਬਾਰਾਬਾਂਕੀ 'ਚ ਇੱਟਾਂ ਢੋਣ ਵਾਲਾ। ਯਾਦ ਕਰ ਉਹ ਦਿਨ ਜਦੋਂ ਤੂੰ ਸੈਯਦ ਕਰਾਮਾਤ ਅਲੀ ਸ਼ਾਹ ਦੀ ਕੋਠੀ 'ਚ ਇੱਟਾਂ ਢੋਣ ਲਈ ਜਾਂਦਾ ਹੁੰਦਾ ਸੀ। ਇਹ ਕੀ ਬਕਵਾਸ ਹੈ? ਮੈਂ ਹਿਰਖ ਵਸ ਸੜ ਭੁੱਜ ਕੇ ਕਿਹਾ, ਕਿਉਂਕਿ ਉਹ ਸੱਚ ਕਹਿ ਰਿਹਾ ਸੀ। ਮੈਂ ਕਿਸੇ ਸੈਯਦ ਅਲੀ ਨੂੰ ਨਹੀਂ ਜਾਣਦਾ, ਨਾ ਮੈਂ ਅੱਜ ਤੱਕ ਕਿਤੇ ਇੱਟੇ ਢਾਈਆਂ ਨੇ, ਨਾ ਮੇਰਾ ਨਾਂ ਧੰਮੜੂ ਹੈ। ਜਰਾ ਦੇਖੋ ਨਾ, ਮੈਂ ਸੇਠ ਵੱਲ ਭੌਂ ਕੇ ਕਿਹਾ, ਕਿੱਥੇ ਇਹ ਧੰਮੜੂ ਦਾ ਫਰਜ਼ੀ ਗਧਾ? ਹਾਂ ਜੀ, ਬਿਲਕੁਲ ਠੀਕ ਕਹਿੰਦੇ ਹੋ ਤੁਸੀਂ। ਸੇਠ ਮਨਸੁਖ ਲਾਲ ਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਿਹਾ। ਮੈਨੂੰ ਉਸੇ ਵੇਲੇ ਸ਼ੱਕ ਹੋ ਗਿਆ ਸੀ ਜਦੋਂ ਇਸ ਆਦਮੀ ਨੇ ਆ ਕੇ ਆਪਣੇ ਆਪ ਨੂੰ ਤੁਹਾਡਾ ਮਾਲਿਕ ਕਿਹਾ ਸੀ। ਪਰ ਮੈਂ ਕਿਹਾ, ਤੁਹਾਡੇ ਨਾਲ ਮਿਲਵਾ ਦਿਆਂ, ਅੱਗੇ ਤੁਸੀਂ ਜਾਣੋ ਜਾਂ ਇਹ ਜਾਣੇ। ਤੱਬੂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਬੋਲਿਆ, ਧੰਮੜੂ, ਇੰਨੀ ਜਲਦੀ ਭੁੱਲ ਗਿਆ? ਓਏ, ਮੈਨੂੰ ਨਹੀਂ ਪਛਾਣਦਾ ਤਾਂ ਆਪਣੇ ਇਸ ਮਾਂ ਪਿਓ ਨੂੰ ਪਛਾਣ ਲੈ। ਇੰਨਾ ਕਹਿ ਕੇ ਤੱਬੂ ਨੇ ਰੱਸੀਆਂ ਨੂੰ ਝਟਕਾ ਦਿੱਤਾ ਤੇ ਉਹਨਾਂ 2 ਬੁੱਢੇ ਗਧਿਆਂ ਨੂੰ ਮੇਰੇ ਸਾਹਮਣੇ ਲਿਆ ਖੜਾ ਕੀਤਾ। ਜਦੋਂ ਤੱਕ ਇਹ ਦੋਵੇਂ ਗਧੇ ਰੁੱਖ ਦੀ ਹਨੇਰੀ ਛਾਂ 'ਚ ਖੜੇ ਸੀ ਤਾਂ ਮੈਂ ਉਹਨਾਂ ਨੂੰ ਨਹੀਂ ਪਛਾਣਿਆ, ਪਰ ਹੁਣ ਜਦੋਂ ਉਹ ਸਾਹਮਣੇ ਆਏ ਤਾਂ ਬਿਜਲੀ ਦੇ ਚਾਨਣ ਵਿੱਚ ਮੈਂ ਉਹਨਾਂ ਨੂੰ ਤੁਰੰਤ ਪਛਾਣ ਲਿਆ। ਉਹਨਾਂ ਦੇ ਮਰੀਅਲ ਸਰੀਰ, ਜ਼ਖਮਾਂ ਭਰੀ ਖੱਲ, ਭੁੱਖ ਕਾਰਨ ਸੁੱਕ ਕੇ ਲਮਕੇ ਹੋਏ ਬੁੱਲ੍ਹ, ਚੂੰਦੀਆਂ ਤੇ ਗਿੱਡਾਂ ਭਰੀਆਂ ਅੱਖਾਂ। ਉਹਨਾਂ ਦੀ ਖੱਲ ਥਾਂ-ਥਾਂ ਤੋਂ ਗੰਦੀ ਅਤੇ ਉਚੜੀ ਹੋਈ ਸੀ ਤੇ ਉਸ ਉੱਤੇ ਮੱਖੀਆਂ ਭਿਣਕ ਰਹੀਆਂ ਸਨ। ਬਿੰਦ ਦਾ ਬਿੰਦ ਬੋ ਕਾਰਨ ਮੇਰਾ ਨੱਕ ਬੰਦ ਹੋ ਗਿਆ। ਇਸ ਤੋਂ ਪਹਿਲਾਂ ਕਿ ਉਹ ਦੋਵੇਂ ਬੁੱਢੇ ਕੁਝ ਕਹਿ ਸਕਦੇ, ਮੈਂ ਕੂਕ ਕੇ ਕਿਹਾ, ਇਹ ਕੀ ਬੇਹੂਦਗੀ ਏ? ਮੇਰੇ ਮਾਂ ਪਿਓ ਇਹੋ ਜਿਹੇ ਹੋਣਗੇ, ਐਡੇ ਗੰਦੇ, ਐਡੇ ਗਲੀਚ ਪਸ਼ੂ? ਤੇ ਸੇਠ ਸਾਹਿਬ, ਮੈਂ ਤਾਂ ਮੇਰਾ ਮਤਲਬ ਹੈ ਅਸਲੀ ਹਰਟਫੋਰਡ ਸ਼ਾਇਰ ਦਾ ਵਿਲਾਇਤੀ ਗਧਿਆਂ ਦੀ ਸੰਤਾਨ 'ਚੋਂ ਹਾਂ। ਇੱਥੋਂ ਦੇ ਗਧੇ ਅੱਜ ਵੀ ਲਾਰਡ ਮਾਊਂਟਬੈਟਨ ਦੇ ਤਬੇਲੇ 'ਚ ਜਾਂਦੇ ਨੇ। ਅਜਿਹੇ ਸੱਭਿਅਕ ਖਾਨਦਾਨੀ ਗਧੇ ਨੂੰ ਤੁਸੀਂ ਇਹਨਾਂ ਨਾਲ ਰਲਾ ਰਹੇ ਹੋ? ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ? ਸੇਠ ਨੇ ਕੰਨਾਂ 'ਤੇ ਹੱਥ ਰੱਖਦਿਆਂ ਕਿਹਾ, ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਜਲੀਲ ਲੋਕ ਤੁਹਾਡੇ ਮਾਤਾ ਪਿਤਾ ਤਾਂ ਕਿ ਦੂਰ ਦੇ ਰਿਸ਼ਤੇਦਾਰ ਵੀ ਨਹੀਂ ਹੋ ਸਕਦੇ। ਪੁੱਤਰਾ, ਮੇਰਾ ਪਿਤਾ ਆਪਣੀਆਂ ਨਾਸਾਂ ਫਰਕਾਉਂਦਾ ਹੋਇਆ ਹੌਲੀ ਜਿਹੀ ਬੋਲਿਆ। ਸੇਠ ਮਨਸੁਖ ਲਾਲ ਨੇ, ਜਿਹੜਾ ਗਧਿਆਂ ਦੀ ਬੋਲੀ ਨੂੰ ਨਹੀਂ ਸਮਝਦਾ ਸੀ, ਤੁਰੰਤ ਚੀਕ ਕੇ ਇੱਕ ਨੌਕਰ ਨੂੰ ਕਿਹਾ, ਇਸ ਬਦਮਾਸ਼ ਧੋਖੇਬਾਜ਼ ਨੂੰ ਇਸਦੇ ਗਧਿਆਂ ਸਮੇਤ ਇੱਥੋਂ ਬਾਹਰ ਕੱਢੋ। ਬੁੱਢਾ ਤੱਬੂ ਮੇਰੇ ਪੈਰੀ ਪਾ ਕੇ ਤੇ ਬੋਲਿਆ, ਕਿੰਨੀਆਂ ਆਸਾਂ ਲੈ ਕੇ ਤੇਰੇ ਕੋਲ ਆਇਆ ਸੀ ਧੰਮੜੂ, ਕਿੱਡੀਆਂ ਉਮੀਦਾਂ ਨਾਲ ਮੈਂ ਤੇਰੇ ਬੁੱਢੇ ਮਾਂ ਪਿਓ ਤੇਰੇ ਕੋਲ ਲੈ ਕੇ ਆਇਆ, ਤੇ ਤੂੰ ਸਾਡੇ ਨਾਲ ਇਹੋ ਜਿਹਾ ਵਿਹਾਰ ਕਰ ਰਿਹਾ ਹੈ। ਮੇਰੀ ਜਾਨ, ਤੂੰ ਤਾਂ ਮੇਰੇ ਬਚਪਨ ਦਾ ਪਾਲਿਆ ਹੈ। ਮੈਂ ਤਾਂ ਕਰਜ਼ਾ ਲੈ ਕੇ ਰੇਲ ਗੱਡੀ ਦਾ ਟਿਕਟ ਲੈ ਕੇ ਆਇਆ, ਇਹਨਾਂ ਨੂੰ ਵੀ ਬੜੀ ਮੁਸ਼ਕਲ ਨਾਲ ਮਾਲ ਗੱਡੀ ਵਿੱਚ ਲਿਆਇਆ। ਹੁਣ ਤਾਂ ਵਾਪਸ ਜਾਣ ਲਈ ਪੈਸੇ ਵੀ ਨਹੀਂ ਧੰਮੜੂ।
ਮੈਂ ਸੇਠ ਨੂੰ ਕਿਹਾ, ਜ਼ਰੂਰ ਇਸ ਨੂੰ ਕੋਈ ਗਲਤਫਹਿਮੀ ਹੋਈ ਏ। ਅਸਲ 'ਚ ਗਧਿਆਂ ਦਾ ਰੰਗ ਰੂਪ ਇੱਕ ਦੂਜੇ ਨਾਲ ਬੜਾ ਰਲਦਾ ਮਿਲਦਾ ਹੁੰਦਾ ਹੈ ਨਾ, ਇਸ ਲਈ ਇਹ ਗਲਤਫਹਿਮੀ ਹੋ ਰਹੀ ਏ। ਵਿਚਾਰੇ ਦਾ ਇਸ 'ਚ ਕੋਈ ਕਸੂਰ ਨਹੀਂ। ਮੇਰੇ ਖਿਆਲ 'ਚ ਇਸ ਨੂੰ ਰੇਲ ਦਾ ਕਿਰਾਇਆ ਅਤੇ ਕੁਝ ਹੋਰ ਰੁਪਏ ਦੇ ਕੇ ਚੱਲਦਾ ਕਰਨਾ ਚਾਹੀਦਾ ਹੈ। ਸੇਠ ਮਨਸੁਖ ਲਾਲ ਨੇ ਬੁੱਢੇ ਨੂੰ 100 ਦਾ ਨੋਟ ਦੇ ਕੇ ਕਿਹਾ, ਖਬਰਦਾਰ ਜੇ ਕਿੱਥੇ ਪਿਛਾਂਹ ਨੂੰ ਇੱਧਰ ਮੂੰਹ ਕਰਿਆ ਜਾਂ ਕਿਸੇ ਨੂੰ ਕਿਹਾ। ਆਪ ਦਾ ਕਦੀ ਮਾਲਕ ਸੀ। ਇਹ ਲੋਕ ਇਹਨਾਂ ਦੇ ਮਾਤਾ ਪਿਤਾ ਸਨ। ਸਾਡੇ ਸਾਹਿਬ ਅਸਲੀ ਖਾਨਦਾਨੀ ਗਧੇ ਨੇ। ਇਹ ਤਾਂ ਇੱਥੋਂ ਦੇ ਹੈ ਹੀ ਨਹੀਂ। ਇਹ ਤਾਂ ਪਿਛਲੇ 1600 ਸਾਲ ਤੋਂ ਇੱਕੋ ਕੁਲ 'ਚੋਂ ਚੱਲੇ ਆ ਰਹੇ ਨੇ। ਕਿਸੇ ਪੀੜ੍ਹੀ 'ਚ ਲਹੂ ਨਹੀਂ ਬਦਲਿਆ। ਵਿਸ਼ਵਾਸ ਨਾ ਹੋਏ ਤਾਂ ਵੰਸ਼ਾਵਲੀ ਚੁੱਕ ਕੇ ਦੇਖ ਲਓ। ਇਹਨਾਂ ਵਰਗਾ ਖਰਾ ਵੰਸ਼ ਤਾਂ ਮਨੁੱਖਾਂ ਵਿੱਚ ਵੀ ਨਹੀਂ ਲੱਭਣਾ। ਸੱਚ ਏ ਮਾਈ ਬਾਪ, ਬੁੱਢੇ ਨੇ ਹੱਥ ਜੋੜ ਕੇ ਕਿਹਾ ਤੇ ਫਿਰ ਉਹਨਾਂ ਦੋਵਾਂ ਗਧਿਆਂ ਦੀ ਰੱਸੀ ਖਿੱਚਦਾ ਹੋਇਆ ਕੋਠੀ ਵਿੱਚੋਂ ਬਾਹਰ ਚਲਾ ਗਿਆ। ਜਦੋਂ ਇਹ ਤਿੰਨੇ ਬਦਕਿਸਮਤ ਰੂਹਾਂ ਕੋਠੀ ਵਿੱਚੋਂ ਬਾਹਰ ਨਿਕਲ ਗਈਆਂ ਤਾਂ ਮੇਰੀ ਜਾਨ ਵਿੱਚ ਜਾਨ ਆਈ। ਮੈਂ ਕੁਝ ਹਿਰਖ ਕੇ, ਕੁਝ ਬਨੌਟੀ ਗੁੱਸੇ ਨਾਲ ਸੇਠ ਵੱਲ ਭੌਂ ਕੇ ਕਿਹਾ, ਦੇਖਿਆ ਨਾ, ਯਾਨੀ ਤੁਖੀ ਦੇਖਿਆ, ਯਾਨੀ ਕਿ ਹਿਰਖ ਵਸ ਮੈਨੂੰ ਗੱਲ ਹੀ ਨਹੀਂ ਸੀ ਔੜ ਰਹੀ। ਸੇਠ ਮਨਸੁਖ ਲਾਲ ਨੇ ਸਿਰ ਹਿਲਾ ਕੇ ਹਾਮੀ ਭਰੀ। ਮੈਂ ਸਮਝਦਾ ਜ਼ਮਾਨਾ ਦੇਖਿਆ ਹੈ ਸ਼੍ਰੀਮਾਨ ਜੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਕਿਸੇ ਆਦਮੀ ਨੇ ਜਰਾ ਵੀ ਤਰੱਕੀ ਕੀਤੀ, ਭਾਵੇਂ ਉਹ ਗਧਾ ਹੀ ਕਿਉਂ ਨਾ ਹੋਵੇ, ਪਰ ਉਸਦੇ ਮਾਤਾ ਪਿਤਾ, ਦੋਸਤ ਯਾਰ, ਸਕੇ ਸੰਬੰਧੀ ਜੰਮ ਪੈਂਦੇ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਅੰਗਲੀਆਂ ਸੰਗਲੀਆਂ ਰਲਾ ਕੇ ਰਿਸ਼ਤੇ ਜੋੜਨ 'ਚ ਸਫਲ ਹੋ ਜਾਂਦੇ ਨੇ। ਪਤਾ ਨਹੀਂ ਇਹ ਲੋਕ ਬਰਸਾਤੀ ਡੱਡੂਆਂ ਵਾਂਗ ਕਿੱਧਰੋਂ ਆ ਜਾਂਦੇ ਨੇ। ਹਾਂ ਦੇਖੋ ਨਾ, ਮੈਂ ਉਸੇ ਤਰ੍ਹਾਂ ਹਿਰਖਵਸ ਕਿਹਾ। ਅੰਦਰੋਂ ਮੈਨੂੰ ਜਰਾ ਵੀ ਗੁੱਸਾ ਨਹੀਂ ਸੀ ਆ ਰਿਹਾ, ਬਲਕਿ ਦੁੱਖ ਸੀ ਕਿ ਮੈਂ ਆਪਣੇ ਮਾਂ ਪਿਓ ਨੂੰ ਇਸ ਹਾਲਤ ਵਿੱਚ ਕਿਉਂ ਵਾਪਸ ਭੇਜ ਦਿੱਤਾ। ਪਰ ਪਰਿਸਥਿਤੀਆਂ ਅਜਿਹੀਆਂ ਸਨ ਕਿ ਮੈਨੂੰ ਉੱਪਰੋਂ ਗੁੱਸਾ ਦਿਖਾਉਣਾ ਹੀ ਚਾਹੀਦਾ ਸੀ। ਸੇਠ ਮਨਸੁਖ ਲਾਲ ਨੇ ਬੜੇ ਮੋਹ ਨਾਲ ਮੇਰੀ ਪਿੱਠ ਉੱਤੇ ਹੱਥ ਫੇਰਿਆ ਤੇ ਕਿਹਾ, ਚਲੋ ਅੰਦਰ ਚੱਲੀਏ। ਅਸੀਂ ਦੋਵੇਂ ਹੌਲੀ ਹੌਲੀ ਡਰਾਇੰਗ ਰੂਮ ਵੱਲ ਤੁਰ ਪਏ। ਸੇਠ ਪਹਿਲਾਂ ਵਾਂਗ ਹੀ ਮੋਹ ਨਾਲ ਮੇਰੀ ਪਿੱਠ ਉੱਤੇ ਹੱਥ ਫੇਰਿਆ ਸੀ ਤੇ ਕਹਿ ਰਿਹਾ ਸੀ, ਸ਼੍ਰੀਮਾਨ ਜੀ, ਇੱਕ ਗੱਲ ਤਾਂ ਹੈ, ਤੁਹਾਨੂੰ ਬੜੀ ਛੋਟੀ ਉਮਰ 'ਚ ਪ੍ਰਸਿੱਧੀ ਪ੍ਰਾਪਤ ਹੋ ਗਈ ਹੈ। ਤੁਹਾਨੂੰ ਮਾਤਾ ਪਿਤਾ ਦੀ ਨਹੀਂ ਤਾਂ ਇੱਕ ਅਜਿਹੇ ਆਦਮੀ ਦੀ ਲੋੜ ਹੈ ਜਿਹੜਾ ਤੁਹਾਡਾ ਖਿਆਲ ਰੱਖ ਸਕੇ। ਖਿਆਲ, ਮੈਂ ਸੋਚਿਆ, ਤੁਹਾਨੂੰ ਪ੍ਰੇਮ ਕਰ ਸਕੇ। ਪ੍ਰੇਮ, ਮੇਰੀਆਂ ਅੱਖਾਂ ਚਮਕਣ ਲੱਗ ਪਈਆਂ। ਜਿਹੜਾ ਤੁਹਾਡੀਆਂ ਨਿੱਤ ਦੀਆਂ ਲੋੜਾਂ ਦਾ ਧਿਆਨ ਰੱਖ ਸਕੇ, ਤੁਹਾਨੂੰ ਖੁਸ਼ੀਆਂ ਦੇ ਸਕੇ। ਖੁਸ਼ੀਆਂ? ਉਹ ਨਿੱਘਾ ਹਵਾ ਦਾ ਬੁੱਲਾ ਕਿੱਧਰੋਂ ਆ ਰਿਹਾ ਸੀ, ਜੋ ਅਸਲੀ ਸ਼ਬਦਾਂ ਵਿੱਚ ਤੁਹਾਡਾ ਜੀਵਨ ਸਾਥੀ ਬਣ ਸਕੇ। ਜੀਵਨ ਸਾਥੀ? ਅਤਿਕ ਭਾਵਕ ਸੁਰ 'ਚ ਮੈਂ ਆਪਣੇ ਆਪ ਨੂੰ ਸਵਾਲ ਕੀਤਾ, ਇਹੋ ਜਿਹੀ ਗਦੀ ਕਿੱਥੇ ਮਿਲੇਗੀ? ਮਨਸੁਖ ਲਾਲ ਮੇਰੇ ਗਵਾਚੇ ਜਿਹੇ ਕੁਝ ਛਿਣਾਂ ਲਈ ਸੋਫੇ 'ਚ ਬੈਠੇ ਰਹੇ। ਫਿਰ ਅਚਾਨਕ ਉੱਠ ਕੇ ਮੇਰੇ ਕੋਲ ਆਏ ਤੇ ਬੋਲੇ, ਹੁਣ ਆਪਣਾ ਅਤੀਤ ਭੁੱਲ ਜਾਓ ਕਿ ਤੁਸੀਂ ਕਦੀ ਗਧੇ ਸੀ ਜਾਂ ਗਧਿਆਂ ਦੇ ਵੰਸ਼ ਨਾਲ ਤੁਹਾਡਾ ਰਿਸ਼ਤਾ ਸੀ। ਅੱਜ ਤੋਂ ਤੁਸੀਂ ਇੱਕ ਨਵੇਂ ਜੀਵਨ 'ਚ ਪੈਰ ਰੱਖ ਰਹੇ ਹੋ, ਇੱਕ ਨਵੇਂ ਸਮਾਜ ਵਿੱਚ, ਨਵੀਂ ਦੁਨੀਆ ਵਿੱਚ। ਇੱਥੋਂ ਦੀਆਂ ਰਵਾਇਤਾਂ ਕੁਝ ਹੋਰ ਨੇ ਸ਼੍ਰੀਮਾਨ ਜੀ। ਹੁਣ ਤੁਸੀਂ ਕੱਲ੍ਹ ਦੀ ਸੋਚੋ, ਕੱਲ੍ਹ ਜਿਹੜਾ ਆਉਣ ਵਾਲਾ ਹੈ, ਉਸ ਨੂੰ ਜਿਹੜਾ ਬੀਤ ਗਿਆ ਬਿਲਕੁਲ ਭੁੱਲ ਜਾਓ। ਭੁੱਲ ਗਿਆ? ਮੈਂ ਦੋਵੇਂ ਅੱਖਾਂ ਛਿਣਾਂ ਕੁ ਲਈ ਬੰਦ ਕਰਕੇ ਉਹਨਾਂ ਨੂੰ ਯਕਦਮ ਖੋਲ੍ਹਿਆ ਤੇ ਕਿਹਾ, ਭੁੱਲ ਗਿਆ ਸੇਠ ਜੀ, ਹੁਣ ਦੱਸੋ ਅੱਗੇ ਕੀ ਕਰਾਂ? ਤੁਸੀਂ ਮੇਰੀ ਬੇਟੀ ਨਾਲ ਵਿਆਹ ਕਰਾ ਲਓ। ਤੁਹਾਡੀ ਬੇਟੀ ਨਾਲ? ਮੈਂ ਜ਼ੋਰ ਦੀ ਕੂਕਿਆ ਤੇ ਯਕਦਮ ਸੋਫੇ ਤੋਂ ਉੱਠ ਖੜਾ ਹੋਇਆ। ਮਿਸ ਰੂਪਵਤੀ ਨਾਲ? ਹਾਂ, ਇਸ 'ਚ ਹੈਰਾਨੀ ਵਾਲੀ ਕਿਹੜੀ ਗੱਲ ਹੈ? ਮੇਰੀ ਬੇਟੀ ਪੜ੍ਹੀ ਲਿਖੀ ਤੇ ਅਪ ਟੂ ਡੇਟ ਹੈ, ਸੁਸ਼ੀਲ। ਮੈਂ ਗੱਲ ਟੁੱਕ ਕੇ ਕਿਹਾ, ਮੈਂ ਤੁਹਾਡੀ ਲੜਕੀ ਬਾਰੇ ਨਹੀਂ ਸੋਚ ਰਿਹਾ, ਮੈਂ ਤਾਂ ਆਪਣੇ ਬਾਰੇ ਸੋਚ ਰਿਹਾ ਹਾਂ। ਦੇਖੋ, ਮੈਂ ਤਾਂ ਸਿਰਫ ਗਧਾ ਹਾਂ, ਜਾਨਵਰ ਹਾਂ, ਤੇ ਤੁਸੀਂ ਲੋਕ ਇਨਸਾਨ। ਕਿੰਨੇ ਯੁੱਗਾਂ ਬਾਅਦ ਇੱਕ ਜਾਨਵਰ ਤੇ ਇੱਕ ਇਨਸਾਨ 'ਚ ਸ਼ਾਇਦ ਲੱਖਾਂ ਵਰ੍ਹਿਆਂ ਬਾਅਦ ਵਿਆਹ ਦਾ ਰਿਸ਼ਤਾ ਕਾਇਮ ਹੋਏਗਾ। ਮੈਨੂੰ ਇਸ ਵੇਲੇ ਬੋਕੇਸ਼ੀਓ ਦੇ ਸੁਹੱਪਣ ਤੇ ਪਸ਼ੂ ਦੀ ਯਾਦ ਆ ਰਹੀ ਹੈ। ਬੋਕੇਸ਼ੀਓ ਕੌਣ? ਸਟਾਕ ਐਕਸਚੇਂਜ ਵਾਲਾ ਦਲਾਲ? ਜੀ ਨਹੀਂ, ਉਹ ਵਿਚਾਰਾ ਚਿੱਤਰਕਾਰ ਸੀ। ਉਹ ਜੀ, ਲਾਹਨਤ ਭੇਜੋ ਉਸ ਚਿੱਤਰਕਾਰ ਨੂੰ। ਅਸੀਂ ਇਸ ਵੇਲੇ ਬੜੇ ਜ਼ਰੂਰੀ ਵਿਸ਼ੇ 'ਤੇ ਗੱਲ ਕਰ ਰਹੇ ਹਾਂ। ਇੱਥੇ ਬੋਕੇਸ਼ੀਓ ਨੂੰ ਤੁਸੀਂ ਕਿੱਥੋਂ ਘਸੀਟ ਲਿਆਏ? ਮਨਸੁਖ ਲਾਲ ਨੇ ਮੇਰੇ ਕੰਨ ਨਾਲ ਖੇਡਦਿਆਂ ਹੋਇਆ ਕਿਹਾ, ਬਸ ਤੁਸੀਂ ਮੇਰੀ ਗੱਲ ਮੰਨ ਜਾਓ। ਪਰ ਮੈਂ ਫਿਰ ਗੱਲ ਟੁੱਕਦਿਆਂ ਹੋਇਆਂ ਕਿਹਾ, ਤੁਸੀਂ ਇਸ ਵਿਸ਼ੇ ਬਾਰੇ ਸੋਚ ਲਿਆ ਏ? ਬੜੀ ਚੰਗੀ ਤਰ੍ਹਾਂ। ਪਰ ਦੇਖੋ ਨਾ, ਇਹ ਇੱਕ ਕੁੜੀ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਤੁਸੀਂ ਰੂਪਵਤੀ ਨੂੰ ਪਿੱਛੇ ਬਿਨਾਂ ਕਿਵੇਂ ਇਹ ਰਿਸ਼ਤਾ ਜੋੜ ਸਕਦੇ ਹੋ? ਉਸ ਨੂੰ ਇਸ ਵਿਆਹ 'ਤੇ ਇਤਰਾਜ਼ ਤਾਂ ਨਹੀਂ ਹੋਏਗਾ? ਨਹੀਂ ਹੋਏਗਾ, ਮਨਸੁਖ ਲਾਲ ਨੇ ਐਲਾਨ ਕੀਤਾ। ਮੈਂ ਉਸ ਨਾਲ ਗੱਲ ਕਰ ਲਈਏ। ਹਾਏ ਸ਼ਾਬਾਸ਼ੇ, ਮੈਂ ਹੈਰਾਨੀ ਨਾਲ ਕੂਕਿਆ। ਮੈਨੂੰ ਯਕੀਨ ਨਹੀਂ ਆਉਂਦਾ ਪਿਆ। ਪਰ ਖੁਦ ਉਸ ਨਾਲ ਗੱਲ ਕਰਕੇ ਪੁੱਛ ਸਕਦੇ ਹੋ। ਪਰ ਮਨਸੁਖ ਲਾਲ ਨੇ ਮੇਰੀ ਗੱਲ ਨਹੀਂ ਸੁਣੀ। ਕਾਹਲ ਨਾਲ ਘੰਟੀ ਵਜਾਈ। ਇੱਕ ਨੌਕਰ ਔਰਤ ਤੁਰੰਤ ਅੰਦਰ ਆਇਆ। ਮਨਸੁਖ ਲਾਲ ਨੇ ਉਸ ਨੂੰ ਕਿਹਾ, ਬੇਟੀ ਨੂੰ ਜਰਾ ਹੇਠਾਂ ਭੇਜ ਦਿਓ। ਪਰ ਉਹ ਤਾਂ ਕਦੋਂ ਦੀ ਸੌਣ ਕਮਰੇ 'ਚ ਜਾ ਚੁੱਕੀ ਹੈ। ਯਕਦਮ ਮੈਨੂੰ ਯਾਦ ਆਇਆ। ਸੇਠ ਮਨਸੁਖ ਲਾਲ ਮੁਸਕਰਾਏ ਤੇ ਬੋਲੇ, ਨਹੀਂ, ਜਾਗ ਰਹੀ ਏ ਤੇ ਸਾਡੀ ਗੱਲਬਾਤ ਦੇ ਨਤੀਜੇ ਦੀ ਉਡੀਕ ਕਰ ਰਹੀ ਏ।
ਮੈਂ ਹੈਰਾਨੀ ਨਾਲ ਸ਼ੇਖ ਮਨਸੁਖ ਲਾਲ ਦੇ ਮੂੰਹ ਵੱਲ ਦੇਖਣ ਲੱਗਾ। ਇੰਨੇ ਵਿੱਚ ਹਾਲ ਕਮਰੇ ਦੀਆਂ ਪੌੜੀਆਂ ਤੋਂ ਮਿਸ ਰੂਪਵਤੀ ਕਲੋਲ ਕਰਦੀ ਹੋਈ ਹੇਠਾਂ ਉਤਰਨ ਲੱਗੀ। ਉਸਨੇ ਗੂੜੇ ਨੀਲੇ ਰੰਗ ਦਾ ਗਰਾਰਾ ਪਾਇਆ ਹੋਇਆ ਸੀ, ਜਿਸ ਵਿੱਚ ਸੋਨੇ ਦੇ ਲਹਿਰੀਏ ਚਮਕ ਰਹੇ ਸਨ। ਹਲਕੇ ਕਾਂਚਨੀ ਰੰਗ ਦਾ ਦੁਪੱਟਾ ਉਸਦੇ ਕੱਟੇ ਹੋਏ ਵਾਲਾਂ ਦੀ ਸੁੰਦਰਤਾ ਨੂੰ ਚਾਰ ਚੰਦ ਲਾ ਰਹੇ ਸੀ। ਗਰਾਰੇ ਹੇਠ ਦੋ ਸੁੰਦਰ ਪੈਰ ਪੌੜੀਆਂ ਤੋਂ ਹੇਠਾਂ ਉਤਰਦੇ ਨਜ਼ਰ ਆ ਰਹੇ ਸੀ। ਮੇਰਾ ਦਿਲ ਵੀ ਆਪਣੀਆਂ ਪੌੜੀਆਂ ਤੋਂ ਹੇਠਾਂ ਉਤਰਨ ਲੱਗਾ। ਜਦੋਂ ਉਹ ਮੇਰੇ ਬਿਲਕੁਲ ਨੇੜੇ ਆ ਗਈ ਤਾਂ ਮੇਰਾ ਦਿਲ ਧੱਕ ਕਰਕੇ ਰਹਿ ਗਿਆ। ਹੁਣ ਹੇਠਾਂ ਜਾਣ ਲਈ ਕੋਈ ਪੌੜੀ ਨਹੀਂ ਸੀ। ਮੈਂ ਮਦਦ ਲਈ ਇੱਧਰ ਉੱਧਰ ਦੇਖਿਆ, ਪਰ ਮੌਕਾ ਦੇਖ ਕੇ ਸੇਠ ਜੀ ਖਿਸਕ ਗਏ। ਹੁਣ ਡਰਾਇੰਗ ਰੂਮ ਵਿੱਚ ਮੈਂ ਬਿਲਕੁਲ ਇਕੱਲਾ ਸੀ। ਮੇਰਾ ਜੀ ਘਬਰਾ ਕੇ ਗਧੇ ਵਾਂਗ ਹੀਂਗਣ ਨੂੰ ਕੀਤਾ, ਪਰ ਵਾਜਬ ਮੌਕਾ ਨਾ ਦੇਖ ਕੇ ਚੁੱਪ ਹੀ ਰਿਹਾ। ਫਬਮਾਓ, ਰੂਪਵਤੀ ਨੇ ਆਪਣੇ ਦੁਪੱਟੇ ਨਾਲ ਖੇਡਦਿਆਂ ਕਿਹਾ। ਮੇਰਾ ਮੂੰਹ ਸੁੱਕ ਗਿਆ। ਆਖਿਰ ਕਿਵੇਂ ਨਾ ਕਿਵੇਂ ਹੌਸਲਾ ਕਰਕੇ ਪੁੱਛ ਹੀ ਲਿਆ, ਕੀ ਇਹ ਸੱਚ ਹੈ? ਕੀ? ਰੂਪਵਤੀ ਨੇ ਆਪਣੀਆਂ ਵੱਡੀਆਂ ਵੱਡੀਆਂ ਸੁੰਦਰ ਅੱਖਾਂ ਮੇਰੇ ਅੱਖਾਂ ਵਿੱਚ ਪਾਉਂਦਿਆਂ ਪੁੱਛਿਆ। ਕੀ ਤੁਸੀਂ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਹੋ? ਹਾਂ, ਬੜੀ ਬੜੀ ਧੀਮੀ ਆਵਾਜ਼ ਨਾਲ ਉਸਨੇ ਕਿਹਾ। ਮੇਰਾ ਦਿਲ ਕੀਤਾ ਖੁਸ਼ੀ ਵੱਸ ਇੱਕ ਦੁਲੱਤੀ ਝਾੜਦਿਆਂ, ਪਰ ਫਿਰ ਚੁੱਪ ਹੀ ਰਿਹਾ ਕਿ ਕਿਧਰੇ ਅਸੱਭਿਅਕ ਹੀ ਨਾ ਸਮਝ ਲਿਆ ਜਾਵਾਂ। ਇਹ ਦੇਖੋ, ਮੈਂ ਬਹਿਸ ਆਰੰਭ ਕਰਦਿਆਂ ਹੋਇਆ ਕਿਹਾ, ਕੀ ਤੁਸੀਂ ਸਭ ਕਾਸੇ ਬਾਰੇ ਵਿਚਾਰ ਕਰ ਲਿਆ ਏ? ਕਿਤੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਤਾਂ ਨਾ ਪਏ। ਤੁਸੀਂ ਦੇਖ ਰਹੇ ਹੋ ਕਿ ਮੈਂ ਗਧਾ ਹਾਂ। ਹਰੇਕ ਪਤੀ ਨੂੰ ਅਜਿਹਾ ਹੀ ਹੋਣਾ ਚਾਹੀਦਾ ਹੈ, ਰੂਪਵਤੀ ਦ੍ਰਿੜ ਆਵਾਜ਼ ਵਿੱਚ ਬੋਲੀ। ਪਰ ਲੋਕ ਕੀ ਕਹਿਣਗੇ? ਸੇਠ ਮਨਸੁਖ ਲਾਲ ਦਾ ਜਵਾਈ ਇੱਕ ਗਧਾ ਹੈ, ਏਡੇ ਵੱਡੇ ਆਦਮੀ ਦਾ ਜਵਾਈ। ਮੈਂ ਅਕਸਰ ਵੱਡੇ ਆਦਮੀਆਂ ਦੇ ਜਵਾਈ ਅਜਿਹੇ ਹੀ ਦੇਖੇ ਨੇ। ਉਹ ਜਿੰਨੇ ਗਧੇ ਹੋਣ ਓਨੇ ਹੀ ਸਫਲ ਹੁੰਦੇ ਨੇ ਤੇ ਵੱਡੇ ਵੱਡੇ ਅਹੁਦਿਆਂ 'ਤੇ ਲਾ ਦਿੱਤੇ ਜਾਂਦੇ ਨੇ। ਇਸ ਲਈ ਨਹੀਂ ਕਿ ਉਹ ਗਧੇ ਹੁੰਦੇ ਨੇ, ਬਲਕਿ ਇਸ ਲਈ ਕਿ ਉਹ ਵੱਡੇ ਆਦਮੀਆਂ ਦੇ ਜਵਾਈ ਹੁੰਦੇ ਨੇ। ਕਿਸੇ ਵੱਡੇ ਆਦਮੀ ਦੇ ਜਵਾਈ ਲਈ ਬੁੱਧੀਮਾਨ ਹੋਣਾ ਜ਼ਰੂਰੀ ਨਹੀਂ। ਉਸ ਦੀ ਤਰੱਕੀ ਲਈ ਇਹ ਕਾਫੀ ਹੈ ਕਿ ਉਹ ਇੱਕ ਵੱਡੇ ਆਦਮੀ ਦਾ ਜਵਾਈ ਹੈ। ਮੇਰੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਨਵੇਂ ਜ਼ਮਾਨੇ ਦੇ ਨਿਯਮ ਹੁਣ ਹੌਲੀ ਹੌਲੀ ਸਮਝ ਆ ਰਹੇ ਸਨ। ਪਰ ਮੈਂ ਇਤਰਾਜ਼ ਕਰਦਿਆਂ ਹੋਇਆ ਕਿਹਾ, ਦੁਨੀਆ ਤੁਹਾਨੂੰ ਕੀ ਕਹੇਗੀ ਕਿ ਤੁਸੀਂ ਜਾਣ-ਬੁੱਝ ਕੇ ਇੱਕ ਗਧੇ ਨਾਲ ਵਿਆਹ ਕੀਤਾ, ਜਦਕਿ ਤੁਹਾਨੂੰ ਆਪਣੀ ਬਰਾਦਰੀ 'ਚ ਇੱਕ ਵਧੀਆ ਵਰ ਮਿਲ ਸਕਦਾ ਹੈ। ਇਹ ਤਾਂ ਮੇਰੀ ਇੱਛਾ ਹੈ ਕਿ ਇਸ 'ਚ ਕਿਸੇ ਦੂਜੇ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ। ਰੂਪਵਤੀ ਨੇ ਤਿੱਖੀ ਸੁਰ ਵਿੱਚ ਕਿਹਾ। ਫਿਰ ਮੈਂ ਕਿਹੜਾ ਉਹਨਾਂ ਸਾਰਿਆਂ ਸਾਹਮਣੇ ਵਿਆਹ ਕਰ ਰਹੀ ਹਾਂ। ਵਿਆਹ ਤਾਂ ਬਿਲਕੁਲ ਗੁਪਤ ਰੂਪ 'ਚ ਹੋਏਗਾ। ਗੁਪਤ ਰੂਪ ਵਿੱਚ? ਹਾਂ, ਤੇ ਵਿਆਹ ਤੋਂ ਪਿੱਛੋਂ ਤੁਰੰਤ ਤੁਸੀਂ ਪਹਿਲਾਂ ਵਾਂਗ ਤਬੇਲੇ ਵਿੱਚ ਰਹੋਗੇ ਤੇ ਮੈਂ ਆਪਣੀ ਕੋਠੀ ਵਿੱਚ। ਮੈਂ ਤਬੇਲੇ 'ਚ ਤੇ ਤੂੰ ਕੋਠੀ ਵਿੱਚ। ਹਾਂ, ਪਰ ਆਪਣੇ ਤਬੇਲੇ 'ਚ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਵਧੀਆ ਚਾਰਾ, ਵਧੀਆ ਨੌਕਰ ਤੇ ਸਾਈਸ ਤੇ ਟੈਲੀਫੋਨ, ਜਿਸ 'ਚ ਕਦੀ-ਕਦੀ ਤੁਸੀਂ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ। ਟੈਲੀਫੋਨ 'ਤੇ? ਹਾਂ, ਤੇ ਕਦੀ-ਕਦੀ ਖਾਸ ਮੌਕਿਆਂ 'ਤੇ ਤੁਸੀਂ ਮੈਨੂੰ ਪਾਪਾ ਦਾ ਨਾਲ ਡਰਾਇੰਗ ਰੂਮ ਵਿੱਚ ਵੀ ਦੇਖ ਲਿਆ ਕਰੋਗੇ। ਪਰ ਉਹਨਾਂ ਖਾਸ ਮੌਕਿਆਂ ਤੋਂ ਇਲਾਵਾ ਤੁਸੀਂ ਕੋਠੀ ਅੰਦਰ ਨਹੀਂ ਆ ਸਕਦੇ। ਤੇ ਘੁੰਮਣ ਫਿਰਨ ਦਾ ਕੀ ਹੋਏਗਾ? ਪਤੀ ਪਤਨੀ ਮੈਂ ਅਕਸਰ ਦੇਖਦਾ ਇਕੱਠੇ ਸੈਰ 'ਤੇ ਨਿਕਲਦੇ ਆ। ਅਸੀਂ ਵੀ ਜਾਇਆ ਕਰਾਂਗੇ, ਰੂਪਵਤੀ ਹੌਲੀ ਜਿਹੀ ਬੋਲੀ। ਪਰ ਇਸ ਤਰ੍ਹਾਂ ਕਿ ਤੁਸੀਂ ਮੇਰੇ ਨਾਲ ਹੋਵੋਗੇ ਤੇ ਤੁਹਾਡੀ ਪਿੱਠ 'ਤੇ ਜੀਨ ਕੱਸੀ ਹੋਏਗੀ, ਤਾਂ ਕਿ ਲੋਕ ਤੁਹਾਨੂੰ ਦੇਖ ਕੇ ਇਹ ਸਮਝਣ ਕਿ ਤੁਸੀਂ ਮੇਰੇ ਗਧੇ ਹੋ, ਪਤੀ ਨਹੀਂ ਹੋ। ਜੀ, ਬੜਾ ਅੱਛਾ। ਮੈਨੂੰ ਉਸ ਵੇਲੇ ਆਪਣੀ ਪਿੱਠ 'ਤੇ ਕੱਸੀ ਜੀਨ ਦਾ ਅਹਿਸਾਸ ਹੋਇਆ। ਉਹ ਬੋਲੀ, ਇੱਕ ਗੱਲ ਹੋਰ ਹੈ, ਤੁਹਾਡੀ ਚੈੱਕ ਬੁੱਕ ਮੇਰੇ ਕੋਲ ਹੋਏਗੀ ਤੇ ਉਹ 25 ਕਰੋੜ ਵਾਲਾ ਖਾਤਾ ਮੇਰੇ ਨਾਂ। ਕਿਹੜਾ 25 ਕਰੋੜ ਵਾਲਾ? ਰੂਪਵਤੀ ਬੋਲੀ, ਮੈਂ ਉਸ ਠੇਕੇ ਬਾਰੇ ਸਭ ਜਾਣਦੀ ਹਾਂ, ਜਿਸ ਦੀ ਗੱਲ ਤੁਸੀਂ ਸਾਡੇ ਪ੍ਰਧਾਨ ਮੰਤਰੀ ਨਾਲ ਕਰ ਰਹੇ ਹੋ। ਇਸ ਲਈ ਬਣੋ ਨਾ। ਪਰ ਦੇਖੋ, ਤੁਹਾਨੂੰ ਗਲਤਫਹਿਮੀ ਹੈ। ਇਹ ਗੱਲ ਇੰਝ ਹੈ ਕਿ ਮੈਂ ਅਸਲ 'ਚ ਬਸ ਹੁਣ ਮਾਮਲੇ ਨੂੰ ਅੱਗੇ ਵੱਧ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਰੂਪਵਤੀ ਨੇ ਗੱਲ ਟੋਕਦਿਆਂ ਹੋਇਆ ਕਿਹਾ, ਮੈਂ ਕੁਛ ਨਹੀਂ ਸੁਣਨਾ ਚਾਹੁੰਦੀ। ਚੈੱਕ ਬੁੱਕ ਮੇਰੇ ਕੋਲ ਤੇ ਉਹ ਖਾਤਾ ਨੰਬਰ ਵੀ ਮੇਰੇ ਨਾਂ ਰਹੇਗਾ। ਪਰ ਮੈਂ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਝੱਟ ਕਿਹਾ, ਹੁਣ ਰਾਤ ਕਾਫੀ ਹੋ ਚੁੱਕੀ ਹੈ ਡਾਰਲਿੰਗ, ਹੁਣ ਜਾ ਕੇ ਤਬੇਲੇ 'ਚ ਸੌਂ ਜਾਓ। ਗੁੱਡ ਨਾਈਟ। ਰੂਪਵਤੀ ਨੇ ਮੇਰੇ ਕੰਨ ਦਾ ਇੱਕ ਨਿੱਕਾ ਜਿਹਾ ਚੁੰਮਾ ਲਿਆ। ਕਿਉਂਕਿ ਚੁੰਮਿਆ ਮੇਰੇ ਕੰਨ ਨੂੰ ਗਿਆ ਸੀ, ਇਸ ਲਈ ਇਹ ਨਾ ਦੇਖ ਸਕਿਆ ਕਿ ਚੁੰਮਾ ਲੈਂਦਿਆਂ ਹੋਇਆਂ ਰੂਪਵਤੀ ਦੇ ਚਿਹਰੇ 'ਤੇ ਹਾਵ ਭਾਵ ਕਿਹੋ ਜਿਹੇ ਸਨ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮੇਰਾ ਗੱਚ ਭਰ ਆਇਆ। ਮੇਰੀਆਂ ਚਾਰੇ ਲੱਤਾਂ ਖੁਸ਼ੀ ਨਾਲ ਵਾਰ-ਵਾਰ ਥਰ-ਥਰ ਕੰਬਣ ਲੱਗੀਆਂ। ਭਾਵੁਕਤਾ ਵਿੱਚ ਵਹਿੰਦਿਆਂ ਮੈਂ ਕਿਹਾ, ਰੂਪੋ, ਮੇਰੀ ਰੂਪੋ। ਉਹ ਬੋਲੀ, ਧਬੜੂ, ਮੇਰੇ ਪਿਆਰੇ ਧਬੜੂ। ਇਸ ਭਾਵੁਕਤਾ ਵਿੱਚ ਵਹਿੰਦਾ ਹੋਇਆ ਮੈਂ ਹੇਕ ਲਾਉਣ ਵਾਲਾ ਹੀ ਸੀ ਕਿ ਇੰਨੇ ਵਿੱਚ ਮੈਂ ਆਪਣੇ ਗਲ ਵਿੱਚ ਚਾਂਦੀ ਦੀ ਰੱਸੀ ਦਾ ਫੰਦਾ ਮਹਿਸੂਸ ਕੀਤਾ। ਮੈਂ ਭੌਂ ਕੇ ਦੇਖਿਆ। ਇੱਕ ਬੁੱਢਾ ਸਾਈਸ ਬੜੀ ਸੱਭਿਅਤਾ ਨਾਲ ਮੇਰੇ ਗਲ ਦੀ ਰੱਸੀ ਨੂੰ ਝਟਕਾ ਦੇ ਕੇ ਮੈਨੂੰ ਤਬੇਲੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਆਪਣੇ ਵੱਲ ਮੁੜਦਾ ਦੇਖ ਕੇ ਉਹ ਬੋਲਿਆ, ਹਜੂਰ, ਹੁਣ ਚੱਲੋ। ਹਾਲ ਕਮਰੇ ਦੀਆਂ ਪੌੜੀਆਂ 'ਤੇ ਰੂਪਵਤੀ ਰੁਕੀ।
ਮੁੜ ਕੇ ਮੇਰੇ ਵੱਲ ਦੇਖਿਆ ਤੇ ਮੁਸਕਰਾ ਕੇ ਬੋਲੀ, ਜਾਓ ਹੁਣ ਸੋ ਜਾਓ। ਕੱਲ ਤੁਸੀਂ ਸੁੰਦਰੀ ਪ੍ਰਤੀਯੋਗਿਤਾ ਦਾ ਫੈਸਲਾ ਕਰਨ ਵਿਲਿੰਗਡਨ ਕਲੱਬ ਜਾਣਾ ਹੈ। ਉਹ ਆਪਣੀਆਂ ਉਂਗਲਾਂ ਨੂੰ ਆਪਣੇ ਬੁੱਲ੍ਹਾਂ ਤੱਕ ਲੈ ਗਈ ਤੇ ਦੂਰ ਪੌੜੀਆਂ 'ਚੋਂ ਹਵਾਈ ਚੁੰਮਾ ਉਸਨੇ ਮੇਰੇ ਵੱਲ ਸੁੱਟਿਆ ਤੇ ਫਿਰ ਹੌਲੀ ਜਿਹੀ ਕਿਹਾ, ਧਬੜੂ। ਉਸ ਪਿੱਛੋਂ ਉਹ ਕਾਹਲ ਨਾਲ ਪੌੜੀਆਂ ਚੜ੍ਹ ਕੇ ਉੱਪਰਲੇ ਵਰਾਂਡੇ ਵਿੱਚ ਗਾਇਬ ਹੋ ਗਈ। ਸਾਈਸ ਮੈਨੂੰ ਖਿੱਚਦਾ ਹੋਇਆ ਤਬੇਲੇ ਵਿੱਚ ਰਹਿ ਗਿਆ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਰੂਪਵਤੀ ਤੇਜ਼ ਕਦਮਾਂ ਨਾਲ ਪੌੜੀਆਂ ਪਾਰ ਕਰਕੇ ਵਰਾਂਡੇ ਵਿੱਚ ਪਹੁੰਚੀ। ਉੱਥੋਂ ਦੌੜਦੀ ਹੋਈ ਉਹ ਸਿੱਧੀ ਆਪਣੇ ਸੌਣ ਕਮਰੇ ਵਿੱਚ ਵੜ ਗਈ, ਜਿੱਥੇ ਉਸਦਾ ਪਿਤਾ ਉਸਨੂੰ ਉਡੀਕ ਰਿਹਾ ਸੀ। ਅੰਦਰ ਜਾਂਦਿਆਂ ਹੀ ਉਹ ਆਪਣੇ ਪਿਤਾ ਨੂੰ ਕਿਹਾ, ਤੁਹਾਡਾ ਕੰਮ ਮੈਂ ਕਰ ਦਿੱਤਾ ਹੈ। ਉਸ ਨਾਲ ਮੈਂ ਵਿਆਹ ਲਈ ਹਾਂ ਕਰ ਲਈ ਹੈ। ਇਸ ਪਿੱਛੋਂ ਉਹ ਬਿਸਤਰੇ ਵਿੱਚ ਡਿੱਗ ਕੇ ਫੁੱਟ ਕੇ ਰੋਣ ਲੱਗੀ। ਸੇਠ ਮਨਸੁਖ ਲਾਲ ਨੇ ਆਪਣੀ ਧੀ ਦੇ ਵਾਲਾਂ 'ਤੇ ਹੱਥ ਫੇਰਿਆ ਤੇ ਬੜੇ ਪਿਆਰ ਨਾਲ ਬੋਲੇ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਆਪਣੇ ਮਤਲਬ ਲਈ ਗਧੇ ਨੂੰ 2 ਮਿੰਟ ਲਈ ਆਪਣਾ ਪਤੀ ਬਣਾਉਣਾ ਪੈਂਦਾ ਹੈ। ਉਹ ਠੇਕਾ ਹੱਥ ਆਉਂਦਿਆਂ ਹੀ ਮੈਂ ਸਭ ਠੀਕ ਕਰ ਲਵਾਂਗਾ। ਜਰਾ ਸੋਚ ਤਾਂ ਰੂਪਵਤੀ, 25 ਕਰੋੜ ਦੇ ਠੇਕੇ 'ਚ ਘੱਟੋ ਘੱਟ 10 ਕਰੋੜ ਤਾਂ ਆਪਣਾ ਹੋਏਗਾ। ਮੇਰਾ ਨਹੀਂ ਬਲਕਿ ਤੇਰਾ। ਇਹਨਾਂ 10 ਕਰੋੜ ਰੁਪਈਆਂ ਨਾਲ ਤੂੰ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਸੋਹਣਾ ਪਤੀ ਪਸੰਦ ਕਰ ਸਕਦੀ ਹੈ। ਸੇਠ ਮਨਸੁਖ ਲਾਲ ਨੇ ਫੇਰ ਕਿਹਾ, ਇਸ ਵੇਲੇ ਅਸੀਂ ਇਸ ਗਧੇ ਦੀ ਮੁੱਠੀ 'ਚ ਹਾਂ, ਪਰ ਆਸ-ਪਾਸ ਤੇ ਚੈੱਕ ਬੁੱਕ ਤੇਰੇ ਨਾਂ ਹੋਣ ਜਾਣ ਤੇ ਇਹ ਆਪਣੀ ਮੁੱਠੀ 'ਚ ਹੋਏਗਾ। ਰੂਪਵਤੀ ਆਪਣੇ ਅਥਰੂਆਂ ਵਿੱਚ ਯਕਦਮ ਮੁਸਕਰਾ ਪਈ। ਉਸਦੀ ਜੇਤੂ ਮੁਸਕਾਨ ਆਪਣੇ ਪਿਤਾ ਦੀ ਸੂਝ ਸਿਆਣਪ ਦੀ ਤਾਰੀਫ ਕਰ ਰਹੀ ਸੀ। ਪਿਤਾ ਨੇ ਉਸਦਾ ਮੋਢਾ ਥਾਪੜਦਿਆਂ ਕਿਹਾ, ਘਬਰਾ ਨਾ, ਹੁਣ ਜਾ ਕੇ ਆਰਾਮ ਨਾਲ ਸੌਂ ਜਾ, ਮੈਂ ਸਭ ਠੀਕ ਕਰ ਲਵਾਂਗਾ। ਆਪਣੀ ਧੀ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਸੇਠ ਮਨਸੁਖ ਲਾਲ ਸੌਣ ਵਾਲੇ ਕਮਰੇ 'ਚੋਂ ਬਾਹਰ ਨਿਕਲ ਗਏ। ਅਗਲਾ ਅੰਕ। ਵਿਲਿੰਗਡਨ ਕਲੱਬ ਵਿੱਚ ਉਸ ਦਿਨ ਬੜੀ ਚਹਿਲ ਪਹਿਲ ਸੀ। ਕਲੱਬ ਦੇ ਵੱਡੇ ਹਾਲ ਨੂੰ ਕਾਗਜ਼ੀ ਫੁੱਲਾਂ, ਰੰਗ ਬਰੰਗੇ ਗੁਬਾਰਿਆਂ ਤੇ ਰੇਸ਼ਮੀ ਪਰਦਿਆਂ ਨਾਲ ਕਿਸੇ ਲਾੜੀ ਵਾਂਗ ਸਜਾਇਆ ਗਿਆ ਸੀ। ਹਾਲ ਦੇ ਚਾਰੇ ਪਾਸੇ ਛੋਟੇ-ਛੋਟੇ ਸਟਾਲਾਂ ਵਿੱਚ ਸ਼ਿੰਗਾਰ ਦਾ ਸਮਾਨ ਵੇਚਣ ਵਾਲਿਆਂ ਨੇ ਆਪਣੀਆਂ ਚੀਜ਼ਾਂ ਸਜਾਈਆਂ ਹੋਈਆਂ ਸਨ। ਸੁੰਦਰੀ ਪ੍ਰਤੀਯੋਗਿਤਾ ਉੱਤੇ ਜਿੰਨਾ ਖਰਚ ਹੋ ਰਿਹਾ ਸੀ, ਉਹ ਸਟਾਲਾਂ ਦੀਆਂ ਕੰਪਨੀਆਂ ਦੇ ਮਾਲਿਕ ਆਪਣੀ ਜੇਬ ਵਿੱਚੋਂ ਪੂਰਾ ਕਰ ਰਹੇ ਸਨ। ਇਹਨਾਂ ਸਟਾਲਾਂ ਵਿੱਚ ਜੌਹਰੀਆਂ ਦੀਆਂ ਦੁਕਾਨਾਂ ਸਨ, ਲਿਪਸਟਿਕ ਤੇ ਪਾਊਡਰ ਦੀਆਂ ਦੁਕਾਨਾਂ ਸਨ, ਤੇਲ ਤੇ ਕਰੀਮ ਦੀਆਂ ਦੁਕਾਨਾਂ ਸਨ, ਇਤਰ ਤੇ ਫਲੈਲ ਦੀਆਂ ਦੁਕਾਨਾਂ ਸਨ। ਨਾਈਆਂ, ਔਰਤਾਂ ਦੇ ਨਾਈਆਂ ਦੀਆਂ ਦੁਕਾਨਾਂ ਸਨ, ਟੋਪੀਆਂ, ਛਤਰੀਆਂ, ਦਸਤਾਨੇ, ਜੁੱਤੀਆਂ, ਸੈਂਡਲਾਂ ਦੀਆਂ ਦੁਕਾਨਾਂ, ਪਰ ਪੁਸਤਕਾਂ ਦੀ ਇੱਕ ਵੀ ਦੁਕਾਨ ਨਹੀਂ। ਭਲਾ ਕਿਤੇ ਪੁਸਤਕਾਂ ਪੜ੍ਹਨ ਵਾਲੇ ਨਾਲ ਵੀ ਸੁੰਦਰਤਾ 'ਚ ਵਾਧਾ ਹੁੰਦਾ ਹੈ। ਲੇਡੀ ਸਾਰੇਗਾਮਾ ਗਾਓ ਨੇ ਪਹਿਲਾਂ ਤਾਂ ਮੇਰੀ ਜਾਣ ਪਛਾਣ ਬੜੇ ਸ਼ਾਨਦਾਰ ਸ਼ਬਦਾਂ ਵਿੱਚ ਕਲੱਬ ਦੇ ਮਾਣਯੋਗ ਮੈਂਬਰਾਂ ਨਾਲ ਕਰਵਾਈ। ਬਾਅਦ ਵਿੱਚ ਮੈਨੂੰ ਉਸ ਵੱਡੇ ਹਾਲ ਵਿੱਚ ਲੈ ਗਈ ਜਿਸ ਦਾ ਜ਼ਿਕਰ ਹੁਣੇ ਮੈਂ ਉੱਪਰ ਕੀਤਾ ਸੀ। ਇੱਥੇ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀਆਂ ਸੁੰਦਰੀਆਂ ਲਾਈਨ ਬਣਾਈ ਖੜੀਆਂ ਸਨ। ਉਹਨਾਂ ਨਾਲ ਮੇਰੀ ਜਾਣ ਪਛਾਣ ਕਰਵਾਈ ਗਈ। ਇਹ ਹਨ ਸੋਲਨ ਸੁੰਦਰੀ ਨੰਬਰ 1। ਤੁਹਾਡਾ ਨੰਬਰ ਹੈ ਸੋਲਨ ਵਿਸਕੀ ਨੰਬਰ 1? ਨਹੀਂ ਸਾਹਿਬ, ਲੇਡੀ ਸਾਰੇਗਾਮਾ ਗਾਓ ਨੇ ਮੈਨੂੰ ਸਮਝਾਉਂਦਿਆਂ ਕਿਹਾ। ਸੋਲਨ 'ਚ ਜਿਹੜੀ ਸੁੰਦਰੀ ਪ੍ਰਤੀਯੋਗਿਤਾ ਹੋਈ ਸੀ, ਉਸ 'ਚ ਇਹ ਉੱਥੋਂ ਦੇ ਰਾਣੀ ਚੁਣੇ ਗਏ। ਪ੍ਰਤੀਯੋਗਿਤਾ 'ਚ ਪਹਿਲੇ ਨੰਬਰ 'ਤੇ ਆਏ। ਇਹ ਸ਼ਿਮਲੇ ਦੀ ਰਾਣੀ, ਇਹ ਨੈਨੀਤਾਲ ਦੀ, ਡਲਹੌਜੀ ਦੀ, ਕੋਡਾਂਕੀਨਾਲ ਦੀ, ਇਹ ਊਟੀ ਦੀ, ਦਾਰਜਲਿੰਗ ਦੀ। ਵਾਰੀ-ਵਾਰੀ ਸਾਰੀਆਂ ਨਾਲ ਜਾਣ ਪਛਾਣ ਹੁੰਦੀ ਗਈ। ਮੈਂ ਸੋਚਣ ਲੱਗਾ, ਇੱਥੇ ਕਿਸੇ ਕਾਰਖਾਨੇ ਦੀ ਕੋਈ ਰਾਣੀ ਨਹੀਂ ਹੈ, ਖੇਤਾਂ ਦੀ ਰਾਣੀ ਨਹੀਂ ਹੈ, ਬੀੜੀਆਂ ਬਣਾਉਣ ਵਾਲੇ ਦੀ ਚਾਲ ਦੀ ਕੋਈ ਰਾਣੀ ਨਹੀਂ ਹੈ, ਭੰਗੀ ਸ਼ਬਦਾਂ ਦੀ ਕੋਈ ਰਾਣੀ ਨਹੀਂ ਹੈ। ਮੈਂ ਤਾਂ ਚੀਥੜਿਆਂ ਵਿੱਚ ਲਿਪਟੀ ਹੋਈ ਅਜਿਹੀ ਸੁੰਦਰਤਾ ਦੇਖੀ ਹੈ ਕਿ ਸੇਠ ਕਰੀਮ ਜੀ ਭਾਈ ਉਬਟਣ ਵਾਲਾ ਉਸਨੂੰ ਦੇਖਦੇ ਤਾਂ ਆਪਣੇ ਸਾਰੇ ਪਾਊਡਰ ਅਤੇ ਲਿਪਸਟਿਕਾਂ ਚੁੱਕ ਕੇ ਹਾਲ ਦੇ ਕਮਰੇ 'ਚ ਨੱਸ ਜਾਂਦੇ। ਕਿੱਥੇ ਨੇ ਉਹ ਸੁੱਚੇ ਮੋਤੀ ਵਾਂਗ ਸਿੱਪੀਆਂ ਵਿੱਚ ਲਿਖੀਆਂ ਹੋਈਆਂ ਰਾਣੀਆਂ? ਲੇਡੀ ਸਾਰੇਗਾਮਾ ਗਾਓ ਜਾਣ ਪਛਾਣ ਕਰਵਾਉਂਦੀ ਰਹੀ। ਇਹ ਲਖਨਊ ਦੀ, ਜਲੰਧਰ ਦੀ, ਦਿੱਲੀ ਦੀ। ਇਹ ਕਮਲਾ ਸੀ। ਮੈਨੂੰ ਦੇਖ ਕੇ ਮੁਸਕਰਾਈ। ਮੈਂ ਕੰਨ ਜੋੜ ਕੇ ਅੱਗੇ ਤੁਰ ਗਿਆ। ਨਵੀਂ ਦਿੱਲੀ ਦੀ ਰਾਣੀ, ਇਹ ਰੂਪਵਤੀ ਸੀ, ਮੇਰੀ ਹੋਣ ਵਾਲੀ ਪਤਨੀ। ਨਾ ਉਹ ਮੇਰੇ ਵੱਲ ਦੇਖ ਕੇ ਮੁਸਕਰਾਈ ਅਤੇ ਨਾ ਮੈਂ ਉਸ ਵੱਲ। ਮੈਂ ਫਿਰ ਕੰਨ ਜੋੜ ਕੇ ਅੱਗੇ ਤੁਰ ਗਿਆ। ਜਦੋਂ ਸਾਰੀਆਂ ਰਾਣੀਆਂ ਨਾਲ ਜਾਣ ਪਛਾਣ ਹੋ ਚੁੱਕੀ ਤਾਂ ਮੈਨੂੰ ਉਹਨਾਂ ਸਾਰੀਆਂ ਦੇ ਵਿਚਕਾਰ ਖੜਾ ਕਰ ਦਿੱਤਾ ਗਿਆ ਤੇ ਫੋਟੋ ਖਿੱਚਣ ਵਾਲਿਆਂ ਨੇ ਆਪਣਾ ਫਲੈਸ਼ ਬਲਬ ਬਾਲ ਮੇਰੀਆਂ ਬਹੁਤ ਸਾਰੀਆਂ ਫੋਟੋਆਂ ਖਿੱਚ ਲਈਆਂ। ਇਸ ਪਿੱਛੋਂ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀਆਂ ਸੁੰਦਰੀਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਕੱਪੜੇ ਲਾਹ ਕੇ ਵਿਲਿੰਗਡਨ ਕਲੱਬ ਦੇ ਤਲਾਬ ਵਿੱਚ ਤੈਰਨ ਵਾਲਾ ਲਿਬਾਸ ਪਾ ਕੇ ਹਾਜ਼ਰ ਹੋਣ। ਸੁੰਦਰੀਆਂ ਇਹ ਸੁਣ ਕੇ ਆਪੋ ਆਪਣੇ ਗ੍ਰੀਨ ਰੂਮ ਵਿੱਚ ਚਲੀਆਂ ਗਈਆਂ ਤੇ ਲੇਡੀ ਸਾਰੇਗਾਮਾ ਗਾਓ ਮੈਨੂੰ ਸਵਿਮਿੰਗ ਪੂਲ ਲੈ ਗਈ। ਕਹਿਣ ਲੱਗੀ, ਇਹਨਾਂ 'ਚ ਹਰੇਕ ਲੜਕੀ ਆਪੋ ਆਪਣੇ ਸ਼ਹਿਰ ਜਾਂ ਇਲਾਕੇ ਦੀ ਸਭ ਤੋਂ ਸੁੰਦਰ ਲੜਕੀ ਹੈ। ਅੱਜ ਅਸੀਂ, ਮੇਰਾ ਮਤਲਬ ਹੈ ਤੁਸੀਂ, ਪੂਰੇ ਭਾਰਤ ਦੀ ਸਭ ਤੋਂ ਸੁੰਦਰ ਲੜਕੀ ਦੀ ਚੋਣ ਕਰਨੀ ਹੈ।
ਇਹਨਾਂ ਕੁੜੀਆਂ ਵਿੱਚੋਂ ਜਿਹੜੀ ਇੱਕ ਕਰਮਾਂ ਵਾਲੀ ਭਾਰਤ ਦੀ ਸਭ ਤੋਂ ਸੁੰਦਰ ਲੜਕੀ ਚੁਣੀ ਜਾਏਗੀ, ਉਸ ਨੂੰ ਲਾਸ ਇਜਲਾਸ ਦੀ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਲਈ ਭੇਜਿਆ ਜਾਏਗਾ। ਬਹੁਤ ਖੂਬ ਲੇਡੀ ਸਾਰੇ, ਮੈਂ ਸਿਰ ਹਿਲਾ ਕੇ ਕਿਹਾ। ਮਾਦਾਮ, ਤੁਹਾਡਾ ਨਾਂ ਇੰਨਾ ਲੰਮਾ ਹੈ ਕਿ ਮੈਂ ਸਾਰੇ ਗਾਮਾ ਗਾਓ ਨੂੰ ਸੰਖੇਪ ਕਰਕੇ ਤੁਹਾਨੂੰ ਸਿਰਫ ਲੇਡੀ ਗਾਮਾ ਕਿਹਾ ਕਰਾਂ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਏਗਾ। ਲੇਡੀ ਗਾਮਾ? ਨਹੀਂ ਮੇਰੇ ਪਿਆਰੇ ਗਧੇ। ਲੇਡੀ ਗਾਮਾ ਨੇ ਬੜੇ ਪਿਆਰ ਨਾਲ ਮੇਰਾ ਕੰਨ ਖਿੱਚਿਆ। ਇਹਨੇ ਐਨ ਉਸੇ ਵੇਲੇ ਰੂਪਮਤੀ ਆਪਣੇ ਗ੍ਰੀਨ ਰੂਮ ਵਿੱਚੋਂ ਤੈਰਨ ਵਾਲਾ ਲਿਬਾਸ ਪਾ ਕੇ ਬਾਹਰ ਨਿਕਲ ਰਹੀ ਸੀ। ਉਸਨੇ ਭੌਂ ਕੇ ਸਾਡੇ ਦੋਵਾਂ ਵੱਲ ਵੇਖਿਆ, ਫਿਰ ਮਟਕਦੀ ਹੋਈ ਸਵਿਮਿੰਗ ਪੂਲ ਦੇ ਕਿਨਾਰੇ ਜਾ ਖੜੀ ਹੋਈ, ਜਿੱਥੇ ਬਹੁਤ ਸਾਰੇ ਫੋਟੋਗ੍ਰਾਫਰ ਉਸ ਦੀਆਂ ਫੋਟੋਆਂ ਖਿੱਚਣ ਲੱਗੇ। ਰੂਪਵਤੀ ਤੋਂ ਬਾਅਦ ਇੱਕ ਇੱਕ ਕਰਕੇ ਹੋਰ ਸਾਰੀਆਂ ਕੁੜੀਆਂ ਵੀ ਆਪਣੇ ਲਿਬਾਸ ਪਾ ਕੇ ਆ ਗਈਆਂ। ਮੈਂ ਦੇਖਿਆ ਬਹੁਤ ਸਾਰੀਆਂ ਪੱਛਮ ਕੰਪਨੀ ਦੇ ਕੈਮਰਾਮੈਨ ਵੀ ਆਏ ਹੋਏ ਸਨ ਤੇ ਵਿਸ਼ੇਸ਼ ਤੌਰ 'ਤੇ ਕੁੜੀਆਂ ਦੇ ਆਪਣੀ ਸਰਬ ਉੱਤਮ ਮੁਸਕਾਨ ਉਹਨਾਂ ਵੱਲ ਸੁੱਟ ਰਹੀਆਂ ਸਨ। ਥੋੜ੍ਹੇ ਸਮੇਂ ਬਾਅਦ ਜਦੋਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਗਈਆਂ ਤਾਂ ਇੱਕ ਘੰਟੀ ਵੱਜੀ। ਘੰਟੀ ਵੱਜਦਿਆਂ ਹੀ ਸਾਰੀਆਂ ਕੁੜੀਆਂ ਇੱਕ ਕਤਾਰ ਵਿੱਚ ਖੜੀਆਂ ਹੋ ਗਈਆਂ ਤੇ ਤੈਰਨ ਵਾਲੇ ਤਲਾਅ ਦੇ ਕਿਨਾਰੇ ਜਿਹੜੀ ਭਾਰ ਤੋਲਣ ਵਾਲੀ ਮਸ਼ੀਨ ਰੱਖੀ ਸੀ ਉਸ ਉੱਤੇ ਆਪਣੇ ਭਾਰ ਦੀ ਜਾਂਚ ਕਰਾਉਣ ਲੱਗੀਆਂ। ਉਸ ਮਸ਼ੀਨ ਕੋਲ ਇੱਕ ਬੜਾ ਹੀ ਸੁੱਕੜ ਤੇ ਲਮਟੀਂਗਾ ਜਿਹਾ ਬੰਦਾ ਖੜਾ ਸੀ। ਉਹਦੇ ਸਿਰ ਦੇ ਅੱਧ ਵਾਲਿਓਂ ਵਾਲ ਚਿੱਟੇ ਹੋ ਚੁੱਕੇ ਸਨ। ਲੇਡੀ ਗਾਮਾ ਨੇ ਮੇਰੀ ਜਾਣ ਪਛਾਣ ਕਰਵਾਈ। ਇਹ ਨੇ ਮਿਸਟਰ ਡੰਕੀ ਤੇ ਆਪ ਨੇ ਮਿਸਟਰ ਕੇ ਭਜਨਾਨੀ। ਹਾਊ ਡੂ ਯੂ ਡੂ, ਮਿਸਟਰ ਭਜਨਾਨੀ ਨੇ ਕਿਹਾ। ਢੀਂਚੂ ਢੀਂਚੂ, ਮੈਂ ਉੱਤਰ ਦਿੱਤਾ। ਮਿਸਟਰ ਭਜਨਾਨੀ ਵਾਰੀ ਨਾਲ ਹਰੇਕ ਕੁੜੀ ਦਾ ਭਾਰ ਤੋਲਣ ਵਾਲੀ ਮਸ਼ੀਨ ਤੇ ਪਲੇਟਫਾਰਮ ਤੇ ਚੜ੍ਹਨ ਦਾ ਹੁਕਮ ਦਿੰਦੇ ਤੇ ਜਦੋਂ ਮਸ਼ੀਨ ਦੀ ਝਿਰੀ ਵਿੱਚੋਂ ਭਾਰ ਵਾਲਾ ਕਾਰਡ ਨਿਕਲਦਾ ਤਾਂ ਉਸਦਾ ਭਾਰ ਆਪਣੇ ਹੱਥ ਵਿੱਚ ਫੜੇ ਕਾਗਜ਼ ਤੇ ਉਸ ਕੁੜੀ ਦਾ ਨਾਂ ਸਾਹਮਣੇ ਨੋਟ ਕਰ ਲੈਂਦੇ। ਫਿਰ ਨਜ਼ਰ ਸਿਰ ਤੋਂ ਪੈਰਾਂ ਤੱਕ ਕੁੜੀ ਦੇ ਸਰੀਰ ਤੇ ਮਾਰਦੇ ਤੇ ਫਿਰ ਹੌਲੀ ਹੌਲੀ ਕੰਬਦੇ ਬੁੱਲ੍ਹਾਂ ਨਾਲ ਕਹਿੰਦੇ, ਨੈਕਸਟ ਪਲੀਜ਼। ਲੇਡੀ ਗਾਮਾ ਨੇ ਕਿਹਾ, ਮਿਸਟਰ ਭਜਨਾਨੀ ਬੜੇ ਦਿਲਚਸਪ ਆਦਮੀ ਹਨ। ਦੇਖੋ ਇਹਨਾਂ ਦੀ ਉਮਰ ਇੰਨੀ ਹੋ ਗਈ ਏ ਪਰ ਅਜੇ ਤੱਕ ਇਹਨਾਂ ਨੇ ਸ਼ਾਦੀ ਨਹੀਂ ਕੀਤੀ। ਫਿਰ ਇਹ ਔਰਤਾਂ ਦੇ ਭਾਰ ਬਾਰੇ ਕੀ ਜਾਣਦੇ ਹੋਣਗੇ? ਨਹੀਂ, ਇਹ ਗੱਲ ਨਹੀਂ। ਲੇਡੀ ਗਾਮਾ ਨੇ ਹੱਸਦੇ ਹੋਏ ਕਿਹਾ, ਭਾਰ ਦੱਸਣ ਲਈ ਇਹ ਮਸ਼ੀਨ ਜੋ ਏ, ਦੇਖੋ ਇਹ ਮਸ਼ੀਨ ਮਿਸਟਰ ਭਜਨਾਨੀ ਦੀ ਕਾਂਡ ਹੈ। ਇਹ ਮਸ਼ੀਨ ਦੂਜੀਆਂ ਭਾਰ ਤੋਲਣ ਵਾਲੀਆਂ ਮਸ਼ੀਨਾਂ ਨਾਲੋਂ ਜਰਾ ਵੱਖ ਹੈ। ਦੇਖੋ ਇਹ ਕਾਰਡ, ਦੇਖੋ ਇਹ ਮਸ਼ੀਨ ਇਕੱਠਾ ਭਾਰ ਵੀ ਦੱਸਦੀ ਹੈ ਤੇ ਅਲੱਗ-ਅਲੱਗ ਵੀ ਦੱਸਦੀ ਹੈ। ਉਦਾਹਰਨ ਵਜੋਂ ਇਹ ਦੇਖੋ, ਇਹ ਮਸ਼ੀਨ ਦੱਸਦੀ ਹੈ ਕਿ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀਆਂ ਕੁੜੀਆਂ ਦਾ ਭਾਰ ਪੈਰਾਂ ਤੋਂ ਧੜ ਤੱਕ ਕਿੰਨਾ ਹੈ, ਧੜ ਤੋਂ ਗਰਦਨ ਤੱਕ ਕਿੰਨਾ ਹੈ ਤੇ ਗਰਦਨ ਤੋਂ ਖੋਪੜੀ ਤੱਕ ਕਿੰਨਾ ਹੈ, ਖੋਪੜੀ 'ਚ ਦਿਮਾਗ ਕਿੰਨਾ ਹੈ ਤੇ ਉਸ ਦਾ ਭਾਰ ਵੀ ਇਹ ਮਸ਼ੀਨ ਦੱਸਦੀ ਹੈ। ਨਹੀਂ, ਲੇਡੀ ਗਾਮਾ ਬੋਲੀ, ਪਰ ਸਾਨੂੰ ਇਹ ਜਾਣਨ ਦੀ ਲੋੜ ਵੀ ਕੀ ਹੈ? ਪ੍ਰਤੱਖ ਹੈ। ਮੈਂ ਕਿਹਾ, ਭਲਾ ਦਿਮਾਗ ਦਾ ਸੁੰਦਰਤਾ ਨਾਲ ਕੀ ਸੰਬੰਧ? ਲੇਡੀ ਗਾਮਾ ਬੋਲੀ, ਮਿਸਟਰ ਭਜਨਾਨੀ ਨੇ ਭਾਵੇਂ ਸ਼ਾਦੀ ਨਹੀਂ ਕੀਤੀ ਪਰ ਉਹਨਾਂ ਔਰਤਾਂ ਦਾ ਭਾਰ ਤੋਲਣ ਦੀ ਉਹ ਵਿਸ਼ੇਸ਼ ਮਸ਼ੀਨ ਤਿਆਰ ਕਰ ਲਈ ਏ। ਇਸ ਨਾਲੋਂ ਵੱਧ ਮਿਸਟਰ ਭਜਨਾਨੀ ਦਾ ਕਮਾਲ ਇਹ ਹੈ ਕਿ ਇਹਨਾਂ ਪੂਰੀ ਜ਼ਿੰਦਗੀ ਇਹ ਸਿੱਧ ਕਰ ਦਿੱਤਾ ਹੈ 2 ਤੇ 2 5 ਹੁੰਦੇ ਨੇ, 4 ਨਹੀਂ ਹੁੰਦੇ। ਮੈਂ ਮਿਸਟਰ ਭਜਨਾਨੀ ਨੂੰ ਪੁੱਛਿਆ। ਨਹੀਂ, ਉਹ ਪੂਰੇ ਯਕੀਨ ਨਾਲ ਬੋਲੇ, 2 ਤੇ 2 5 ਹੁੰਦੇ ਨੇ। ਮੈਂ ਹਿਸਾਬ ਦੇ 10 ਤਰੀਕਿਆਂ ਨਾਲ ਸਿੱਧਾ ਕਰ ਸਕਦਾ ਹਾਂ। 2 ਤੇ 2 5 ਹੁੰਦੇ ਨੇ। ਤੁਸੀਂ ਕਿਸੇ ਦਿਨ ਸੇਵਕ ਦੇ ਘਰ ਪਧਾਰੋ। ਮਿਸਟਰ ਭਜਨਾਨੀ ਮੇਰੇ ਵੱਲ ਦੇਖ ਕੇ ਮੁਸਕਰਾਏ, ਬੋਲੇ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਇੰਨੇ ਵਿੱਚ ਕਮਲਾ ਦੀ ਵਾਰੀ ਆ ਗਈ ਤੇ ਮਿਸਟਰ ਭਜਨਾਨੀ 3 5 ਭੁੱਲ ਗਏ। ਇੰਜ ਹੈਰਾਨ ਹੋ ਕੇ ਦੇਖਣ ਲੱਗੇ ਕਿ ਕਮਲਾ ਨੂੰ ਮੁਸਕਰਾ ਕੇ ਕਹਿਣਾ ਪਿਆ, ਵਜ਼ਨ ਪਲੀਜ਼। ਮੈਂ ਅੱਗੇ ਤੁਰ ਪਿਆ। ਇੱਥੇ ਇੱਕ ਕੁਰਸੀ ਪਈ ਹੋਈ ਸੀ ਤੇ ਕੁਰਸੀ ਅੱਗੇ ਇੱਕ ਇਸ ਤਰ੍ਹਾਂ ਦੀ ਢਾਲਦਾਰ ਥਪਾਈ ਹੋਈ ਸੀ ਜਿਵੇਂ ਬੂਟਾਂ ਦੀ ਦੁਕਾਨ ਵਿੱਚ ਬੂਟ ਲੈਣ ਵਾਲੇ ਸਾਹਮਣੇ ਪਈ ਹੁੰਦੀ ਹੈ। ਮੈਂ ਆਪਣਾ ਭਾਰ ਵਾਲਾ ਕਾਰਡ ਲੈ ਕੇ ਹਰ ਕੁੜੀ ਇੱਥੇ ਆਉਂਦੀ ਸੀ ਤੇ ਸੈਂਡਲ ਲਾ ਕੇ ਉਸ ਤਿਪਾਈ ਤੇ ਆਪਣਾ ਪੈਰ ਰੱਖ ਦਿੰਦੀ ਸੀ। ਕੀ ਇੱਥੇ ਇਸ ਨੂੰ ਨਵੇਂ ਬੂਟ ਮਿਲਣਗੇ? ਮੈਂ ਲੇਡੀ ਗਾਮਾ ਤੋਂ ਪੁੱਛਿਆ। ਨਹੀਂ ਜੀ, ਉਹ ਹੱਸ ਕੇ ਬੋਲੀ। ਫਿਰ ਤਿਪਾਈ ਕੋਲ ਜਿਹੜਾ ਗੰਜਾ ਸਿਰ ਵਾਲਾ, ਮੁੜੀ ਹੋਈ ਨੱਕ ਵਾਲਾ, ਕੋਰਾ ਚਿੱਟਾ ਬੁੱਢਾ ਆਦਮੀ ਐਨਕ ਲਾਈ ਬੈਠਾ ਸੀ, ਉਸ ਨਾਲ ਜਾਣ ਪਛਾਣ ਕਰਵਾਉਂਦੀ ਹੋਈ ਬੋਲੀ, ਇਹ ਮਿਸਟਰ ਦਾਰੂ ਵਾਲਾ ਨੇ। ਇਹ ਇੱਥੇ ਕੀ ਕਰ ਰਹੇ ਨੇ? ਮੈਂ ਬੇਚੈਨ ਹੋ ਕੇ ਪੁੱਛਿਆ। ਕੀ ਬਾਟਾ ਦੀ ਏਜੰਸੀ ਲਾਈ ਹੋਈ ਹੈ? ਨਹੀਂ ਪਿਆਰੇ ਗਧੇ, ਸੱਚਮੁੱਚ ਤੁਸੀਂ ਬਿਲਕੁਲ ਗਧੇ ਹੋ। ਲੇਡੀ ਗਾਮਾ ਬੜੇ ਪਿਆਰ ਨਾਲ ਮੇਰੇ ਮੋਢੇ 'ਤੇ ਹੱਥ ਰੱਖ ਕੇ ਬੋਲੀ, ਮਿਸਟਰ ਦਾਰੂ ਵਾਲਾ ਇੱਥੇ ਕੁੜੀਆਂ ਦੇ ਪੈਰਾਂ ਦੀ ਬਣਾਵਟ ਦੇਖਦੇ ਨੇ ਤੇ ਕੂਹਲੇ ਦੀ ਗੁਲਾਈ ਨਾਪਦੇ ਨੇ। ਉਹ, ਮੈਂ ਹੈਰਾਨ ਹੋ ਕੇ ਕਿਹਾ, ਇਹ ਆਪਣਾ ਕੰਮ ਦੇ ਬੜੇ ਮਾਹਰ ਨੇ। ਬੰਬਈ 'ਚ ਤੁਸੀਂ ਕੀ ਕਰਦੇ ਹੋ ਮਿਸਟਰ ਦਾਰੂ ਵਾਲਾ? ਜੀ, ਮੇਰਾ ਘੁੰਗਰੂ ਬਣਾਉਣ ਦਾ ਕਾਰਖਾਨਾ ਹੈ। ਦਾਰੂ ਵਾਲਾ ਨੱਕ ਉੱਤੇ ਆਪਣੀ ਐਨਕ ਠੀਕ ਕਰਦਿਆਂ ਹੋਇਆ ਬੋਲਿਆ। ਇਸ ਲਈ ਪੈਰਾਂ ਦੀ ਬਣਾਵਟ ਤੇ ਕੂਹਲਿਆਂ ਦੀ ਗੁਲਾਈ ਬਾਰੇ ਜੋ ਮੈਂ ਨਹੀਂ ਜਾਣਦਾ ਉਹ ਹੋਰ ਕੋਈ ਨਹੀਂ ਦੱਸ ਸਕਦਾ।
ਬੇਸ਼ੱਕ ਬੇਸ਼ੱਕ, ਮੈਂ ਸਿਰ ਹਿਲਾਉਂਦਿਆਂ ਹੋਇਆਂ ਕਿਹਾ ਤੇ ਅੱਗੇ ਤੁਰ ਪਿਆ। ਲੇਡੀ ਗਾਮਾ ਨੇ ਕਿਹਾ, ਦੇਖੋ ਇਹ ਸਾਰੇ ਕਲਾਕਾਰ ਤੁਹਾਡੀ ਮਦਦ ਲਈ ਇਕੱਠੇ ਕਰ ਦਿੱਤੇ ਨੇ। ਕਿਰਪਾ ਏ। ਮੈਂ ਝੁਕ ਗਿਆ। ਅੱਗੇ ਜਾ ਕੇ ਦੇਖਿਆ ਉਹੀ ਕੁੜੀ ਜਿਹੜੀ ਮਿਸਟਰ ਦਾਰੂਵਾਲਾ ਤੋਂ ਆਪਣੇ ਪੈਰਾਂ ਦੀ ਬਣਾਵਟ ਤੇ ਕੂਲਿਆਂ ਦੀ ਗੁਲਾਈ ਦੀ ਜਾਣਕਾਰੀ ਦੇ ਰਹੀ ਸੀ। ਇੱਥੇ ਉਹ ਤਾਂਡਵ ਨ੍ਰਿਤ ਤੇ ਇੱਕ ਪੋਜ ਵਿੱਚ ਖੜੀ ਆਪਣੇ ਪੱਟਾਂ ਤੇ ਪਿੰਜਣੀਆਂ ਦਾ ਨਾਪ ਦੇ ਰਹੀ ਸੀ। ਇੱਥੇ ਇੱਕ ਆਦਮੀ ਮੋਢੇ ਤੇ ਫੀਤਾ ਰੱਖੀ ਆਪਣੀ ਖੋਦੀ ਦਾੜੀ ਖੁਰਕਦਾ ਹੋਇਆ ਪਹਿਲਾਂ ਪੱਟਾਂ ਦਾ, ਫਿਰ ਗੋਡਿਆਂ ਦਾ, ਫਿਰ ਪਿੰਜਣੀਆਂ ਦਾ ਫੀਤੇ ਨਾਲ ਲਾਪ ਰਹਿ ਰਿਹਾ ਸੀ। ਸ਼ਾਇਦ ਇਹ ਦਰਜੀ ਏ। ਮੇਰੇ ਮੂੰਹੋਂ ਨਿਕਲਿਆ, ਚੁੱਪ। ਲੇਡੀ ਗਾਮਾ ਨੇ ਕਾਹਲ ਨਾਲ ਚੁੱਪ ਕਰਦਿਆਂ ਕਿਹਾ, ਤੁਸੀਂ ਨਹੀਂ ਜਾਣਦੇ ਇਹਨਾਂ ਨੂੰ। ਇਹ ਤਾਂ ਸਾਡੇ ਸ਼ਿਲਪ ਤੇ ਮੂਰਤੀ ਕਲਾ ਦੇ ਸਭ ਤੋਂ ਵੱਡੇ ਵਿਸ਼ੇਸ਼ਕ ਨੇ। ਮਿਸਟਰ ਖਟਖਟ ਖੰਡਾਲੀਆ। ਅਲੋਰਾ ਦੀਆਂ ਜਿੰਨੀਆਂ ਔਰਤਾਂ ਦੀਆਂ ਖੂਬਸੂਰਤੀਆਂ ਨੇ, ਉਹਨਾਂ ਸਾਰੀਆਂ ਦੇ ਪੱਟ ਤੇ ਪਿੰਜਣੀਆਂ ਨੂੰ ਨਾਪ ਕੇ ਇਹਨਾਂ ਨੂੰ ਜ਼ੁਬਾਨੀ ਯਾਦ ਨੇ, ਪਰ ਆਪਣੀ ਪਤਨੀ ਦਾ ਨਾਪ ਯਾਦ ਨਹੀਂ। ਬਹੁਤ ਖੂਬ ਮਿਸਟਰ ਖਟਖਟ ਖੰਡਲੀਆ, ਤੁਹਾਡੇ ਵਰਗੇ ਕਲਾਕਾਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ। ਹਾਂ, ਮਿਸਟਰ ਖਟਖਟ ਖੰਡਲੀਆ ਨੇ ਜਿਵੇਂ ਪਛਾਣਨ ਦੀ ਕੋਸ਼ਿਸ਼ ਕਰਦਿਆਂ ਕਿਹਾ, ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਹੋ ਚੁੱਕੀ ਹੈ। ਸ਼ਾਇਦ ਬਾਰਾਬਾਂਕੀ 'ਚ ਤੁਹਾਡੇ ਦਰਸ਼ਨ ਹੋਏ ਹੋਣਗੇ। ਉਂਝ ਹੀ ਉਹਨਾਂ ਦਾ ਮਨ ਰੱਖਣ ਲਈ ਕਹਿ ਦਿੱਤਾ, ਕਿਉਂਕਿ ਅਜਿਹੇ ਖੋਤੇ ਨਾਲ ਕਿਹੜਾ ਗਧਾ ਮੁਲਾਕਾਤ ਕਰਨੀ ਪਸੰਦ ਕਰੇਗਾ। ਨਹੀਂ, ਬਾਰਾਬਾਂਕੀ 'ਚ ਨਹੀਂ। ਮਿਸਟਰ ਖਟਖਟ ਹੰਡਾਲੀਆ ਨੇ ਆਪਣੀ ਉਂਗਲ ਵੱਲ ਇਸ਼ਾਰਾ ਨਚਾਉਂਦਿਆਂ ਕਿਹਾ, ਹਾਂ ਹੁਣ ਯਾਦ ਆਇਆ, ਸਾਂਚੀ 'ਚ ਤੁਹਾਡੇ ਨਾਲ ਮੁਲਾਕਾਤ ਹੋਈ ਸੀ। ਸਾਂਚੀ 'ਚ? ਪਰ ਮੈਂ ਤਾਂ ਕਦੇ ਸਾਂਚੀ ਗਿਆ ਨਹੀਂ। ਕੁਝ ਖਿੱਚ ਕੇ ਮੈਂ ਕਿਹਾ, ਤੁਸੀਂ ਝੂਠ ਬੋਲ ਰਹੇ ਹੋ। ਮੈਂ ਤੁਹਾਨੂੰ ਉੱਥੇ ਦੇਖਿਆ ਹੈ, ਸਾਂਚੀ ਦਾ ਪੱਥਰ ਦੀ ਪਲੇਟ ਨੰਬਰ 11 'ਤੇ। ਇੱਕ ਭਿਕਸ਼ੂ ਭਗਵਾਨ ਬੁੱਧ ਦੇ ਦਰਸ਼ਨ ਕਰਨ ਜਾ ਰਿਹਾ ਹੈ। ਉਸਦੇ ਪਿੱਛੇ ਪਿੱਛੇ ਇੱਕ ਗਧਾ ਤੁਰਿਆ ਜਾ ਰਿਹਾ ਹੈ। ਤੁਸੀਂ ਉਹੀ ਗਧੇ ਹੋ, ਜੇ ਮੈਂ ਗਲਤੀ ਨਹੀਂ ਕਰ ਰਿਹਾ। ਮਿਸਟਰ ਖਟਖਟ ਖੰਡਾਲੀਆ ਨੇ ਫੇਰ ਕਿਹਾ, ਹਾਂ ਤੁਸੀਂ ਇਨ ਬਿਨ ਉਹੀ ਗਧੇ ਹੋ, ਬਿਲਕੁਲ ਉਹੀ ਪੱਟ, ਉਹੀ ਪਿੰਜਣੀਆਂ। ਮੈਂ ਹੈਰਾਨ ਸੀ। ਇੰਨੇ ਵਿੱਚ ਲੇਡੀ ਗਾਮਾ ਨੇ ਕਿਹਾ, ਦੇਖੋ ਇਹਨਾਂ ਦਾ ਕਮਾਲ। ਇਹ ਆਦਮੀਆਂ ਨੂੰ ਦੇਖ ਕੇ ਪੱਥਰ ਦੀਆਂ ਮੂਰਤਾਂ ਨਾਲ ਨਹੀਂ ਮੇਲਦੇ। ਪੱਥਰ ਦੀਆਂ ਮੂਰਤਾਂ ਨੂੰ ਦੇਖ ਕੇ ਆਦਮੀਆਂ ਦੇ ਚੀਜ਼ਾਂ ਨਾਲ ਮੇਚਣ ਦਾ ਯਤਨ ਕਰਦੇ ਨੇ। ਕਿਆ ਖੂਬ ਨੇ ਇਹ ਵੀ। ਜਦੋਂ ਮੈਂ ਉੱਥੋਂ ਤੁਰਨ ਲੱਗਾ ਤਾਂ ਮਿਸਟਰ ਖਟਖਟ ਖੰਡਾਲੀਆ ਨੇ ਮੈਨੂੰ ਪੁੱਛਿਆ, ਭਰਾ ਉਹ ਭਿਕਸ਼ੂ ਕਿੱਥੇ ਹੈ? ਮੈਂ ਸੜ ਭੁੱਜ ਗਿਆ। ਉੱਥੇ ਸਾਂਚੀ 'ਚ ਹੋਏਗਾ। ਮਿਸਟਰ ਖਟਖਟ ਖੰਡਾਲੀਆ ਦੇ ਚਿਹਰੇ 'ਤੇ ਸ਼ੰਕਾ ਦੇ ਭਾਵ ਉਭਰੇ। ਸ਼ਾਇਦ ਉਹ ਇਹ ਸੋਚ ਰਹੇ ਸੀ, ਇਹ ਕਿਵੇਂ ਹੋਇਆ? ਉਹ ਸਾਂਚੀ ਵਾਲਾ ਗਧਾ ਇੱਥੇ ਆ ਗਿਆ, ਪਰ ਭਿਕਸ਼ੂ ਉੱਥੇ ਹੀ ਪੱਥਰ ਦੀ ਪਲੇਟ 'ਤੇ ਚਿਪਕਿਆ ਰਹਿ ਗਿਆ। ਕਿੰਜ ਹੋ ਗਿਆ? ਪਰ ਇੰਨੇ 'ਚ ਇੱਕ ਕੁੜੀ ਆਪਣੀਆਂ ਪਿੰਜਣੀਆਂ ਦਾ ਨਾਪ ਦੇਣ ਲਈ ਉਹਨਾਂ ਦੇ ਸਾਹਮਣੇ ਆ ਖਲੋਤੀ ਤੇ ਮਿਸਟਰ ਖਟਖਟ ਖੰਡਾਲੀਆ ਆਪਣਾ ਫੀਤਾ ਫੜ ਕੇ ਆਪਣਾ ਕੰਮ ਕਰਨ ਲੱਗ ਪਏ। ਧੰਨਵਾਦ। ਬਾਕੀ ਅਗਲੇ ਭਾਗ ਵਿੱਚ।